जीसपुर टोल प्लाजा बंद कर दिता गया। गड्डियां दा जाम लग चुका है। आम लोकां नूं वापस मोड़िया जा रहा है। तां अमृतसर दी तस्वीरां दे विच वी तुसीं पहलां वेखिया, अमृतसर विच ट्रैक्टर ट्रॉली रैलियां कड्डियां गईयां, जिस दे विच विद्यार्थी संगठन भी शामिल होकर आए सी और अजीजपुर टोल प्लाजा बंद कर दिता गया है। गड्डियां दा जाम लग्या होया है और आम लोकां नूं वापस मोड़िया जा रहा है। यानी कि आम लोग जो आवाजाई कर रहे सी, जो अपने किते डेस्टिनेशन ते जाण वास्ते निकले सी अपने घरां तों, उन्हां नूं वापस मोड़िया जा रहा है। ਅਸੀਂ ਇਸ ਵਕਤ ਅਜ਼ੀਜ਼ਪੁਰ ਟੋਲ ਪਲਾਜ਼ਾ ਦੇ ਉੱਤੇ ਮੌਜੂਦ ਹਾਂ। ਚੰਡੀਗੜ੍ਹ ਤੋਂ ਪਟਿਆਲਾ ਤੇ ਅੱਗੇ ਬਠਿੰਡੇ ਜਾਣ ਵਾਲਾ ਇਹ ਹਾਈਵੇ ਹੈਗਾ ਤੇ ਇਸ ਨੂੰ ਅੱਜ ਭਾਰਤ ਬੰਦ ਦਾ ਕਿਉਂਕਿ ਸੱਦਾ ਸੀਗਾ ਤੇ ਇਸ ਰੋਡ ਨੂੰ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਕਿਸੇ ਵੀ ਕਿਸਮ ਦਾ ਜਿਹੜਾ ਟ੍ਰੈਫਿਕ ਹੈਗਾ ਉਸ ਨੂੰ ਰੋਕ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਾਫੀ ਸਾਰਾ ਜਿਹੜਾ ਇਕੱਠ ਹੈਗਾ ਉਹ ਇੱਥੇ ਜੁੜ ਚੁੱਕਿਆ। ਆਸ-ਪਾਸ ਦੇ ਪਿੰਡਾਂ ਦੇ ਵਿੱਚ ਸੁਨੇਹੇ ਦਿੱਤੇ ਗਏ ਸੀ ਕਿ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ। ਕੋਈ ਆਮ ਲੋਕ ਆਉਂਦੇ ਨੇ, ਕੋਈ ਐਂਬੂਲੈਂਸ ਆਉਂਦੀ ਹੈ ਜਾਂ ਕਿਸੇ ਦਾ ਵਿਆਹ ਹੈਗਾ, ਕੋਈ ਉਸ ਕਿਸਮ ਦੀ ਪ੍ਰੋਬਲਮ ਹੈ। ਕਿਸੇ ਦਾ ਵਿਆਹ ਜੀ ਤੇ ਕੋਈ ਐਂਬੂਲੈਂਸ ਹੈ ਜੀ, ਉਹਨੂੰ ਜਾਣ ਦੇਾਂਗੇ ਜੀ। ਉਹ ਵਿਆਹ ਦਾ ਕਾਰਡ ਦਿਖਾ ਕੇ ਉਹ ਜਾ ਸਕਦੇ ਆ ਜੀ। ਕੋਈ ਮਰੀਜ਼ ਹੈ ਉਹ ਭੇਜ ਦਾਂਗੇ ਜ਼ਰੂਰ। ਬਾਕੀ ਅਦਰਵਾਈਜ਼ ਬੰਦ ਹੈ ਜੀ। ਤਾਂ ਅਗਰ ਕੋਈ ਵਿਆਹ ਤੇ ਜਾ ਰਿਹਾ ਤਾਂ ਉਹ ਵਿਆਹ ਦਾ ਕਾਰਡ ਦਿਖਾਉਣਾ ਪੈਣਾ। ਹਾਂਜੀ, ਉਹਨੂੰ ਆਪਣਾ ਵਿਆਹ ਦਾ ਕਾਰਡ ਦਿਖਾ ਕੇ ਜੀ ਫਿਰ ਉਹ ਨਿਕਲ ਸਕਦਾ। ਤੇ ਸਿਰਫ ਜੇ ਅਸੀਂ ਗੱਲ ਕਰੀਏ ਲਾੜਾ ਲਾੜੀ ਨੂੰ ਜਾਣ ਦਿਓਗੇ ਜਾਂ ਬਰਾਤੀਆਂ ਨੂੰ ਵੀ? ਨਹੀਂ, ਲਾੜਾ ਲਾੜੀ ਦੇ ਨਾਲ ਦੇਖੋ ਜੀ ਬਰਾਤੀਆਂ ਜਾਉਂਗੇ ਜੀ। ਮੈਕਸਿਮਮ ਜਿਹੜੇ ਉਹਨਾਂ ਦੇ ਮੇਨ ਨਾਲ ਦੇ ਉਹ ਤਾਂ ਜਾਉਂਗੇ ਜੀ। ਹਾਂਜੀ ਹਾਂ। ਤੇ ਕੀ ਅੱਜ ਜਿਹੜਾ ਤੁਹਾਨੂੰ ਲੱਗਦਾ ਕੱਲ ਨੂੰ ਮੀਟਿੰਗ ਵੀ ਬੁਲਾਈ ਹੋਈ ਹੈ ਭਾਰਤ ਸਰਕਾਰ ਨੇ, ਤੁਹਾਨੂੰ ਲੱਗਦਾ ਕੋਈ ਹੱਲ ਹੋਊਗਾ? ਹਾਂਜੀ ਜ਼ਰੂਰ ਹੋਊਗਾ ਜੀ ਹੱਲ। ਹੁਣ ਤਾਂ ਮੋਦੀ ਸਾਹਿਬ ਨੂੰ ਅਹਿਸਾਸ ਹੋ ਗਿਆ ਜੀ, ਪੂਰਾ ਧੂਆਂ ਨਿਕਲਿਆ ਪਿਆ ਜੀ ਉਹਨਾਂ ਦਾ। ਬਸ ਉਹਨਾਂ ਨੇ ਕਬੂਲੇ ਕਰਨਾ ਜੀ। ਹੁਣ ਤਾਂ ਫਾਈਨਲੀ ਆਈ ਹੋ ਜਾਊਗਾ। ਹਾਂਜੀ ਹਾਂ। ਤਾਂ ਹੋਰ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਭਾਰਤ ਬੰਦ ਦੇ ਸੱਦੇ ਦੇ ਤਹਿਤ ਇਹ ਜਿਹੜਾ ਰਸਤਾ ਹੈਗਾ ਉਹ ਬਲੌਕ ਕੀਤਾ ਗਿਆ ਹੈ। ਟੋਲ ਪਲਾਜ਼ਾ ਬੰਦ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਕਿ ਕਾਫੀ ਇਕੱਠ ਇੱਥੇ ਦਿਖਾਈ ਦੇ ਰਿਹਾ। ਜਿਹੜੇ ਵੀ ਕੋਈ ਵਹੀਕਲਸ ਨੇ ਉਹ ਜ਼ਰੂਰ ਲੋਕ ਮਿਹਨਤ ਕਰ ਰਹੇ ਨੇ। ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਇੱਥੇ ਮੌਜੂਦ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦਾ ਕਾਰਡ ਲੋਕ ਨਾਲ ਲੈ ਕੇ ਅੱਜ ਚੱਲੇ ਨੇ। ਤਾਂ ਵਿਆਹ ਦਾ ਜਿਹੜਾ ਕਾਰਡ ਹੈਗਾ ਉਹ ਦੇਖ ਕੇ ਜਾਣ ਦਿੱਤਾ ਜਾਵੇਗਾ। ਅਗਰ ਕੋਈ ਐਂਬੂਲੈਂਸ ਲੰਘਦੀ ਹੈ ਉਹਨਾਂ ਨੂੰ ਜਾਣ ਦਿੱਤਾ ਜਾਵੇਗਾ। ਲੇਕਿਨ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ, ਕਿਉਂਕਿ ਅੱਜ ਜਿਹੜਾ ਬੰਦ ਹੈਗਾ ਉਹ ਐਲਾਨਿਆ ਗਿਆ ਸੀਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ, ਤਾਂ ਆਮ ਲੋਕਾਂ ਨੂੰ ਜ਼ਰੂਰ ਪਰੇਸ਼ਾਨੀ ਆ ਰਹੀ ਹੈ। ਲੇਕਿਨ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਸਰਕਾਰ ਤੇ ਪ੍ਰੈਸ਼ਰ ਬਣਾਉਣ ਦੇ ਲਈ ਜਿਹੜਾ ਬੰਦ ਐਲਾਨਿਆ ਗਿਆ ਸੀ ਉਸ ਦੇ ਤਹਿਤ ਅੱਜ ਅਜ਼ੀਜ਼ਪੁਰ ਟੋਲ ਪਲਾਜ਼ਾ ਵੀ ਬੰਦ ਕੀਤਾ ਗਿਆ। ਤਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੀਆਂ ਟੀਮਾਂ ਵੱਖ-ਵੱਖ ਥਾਵਾਂ ਤੇ ਇਸ ਵੇਲੇ ਤੁਹਾਨੂੰ ਤਸਵੀਰਾਂ ਵਿਖਾ ਰਹੀਆਂ ਨੇ ਔਰ ਭਾਰਤ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸਵੇਰ ਤੋਂ ਹੀ ਜਿਹੜੇ ਦੁਕਾਨਾਂ ਦੇ ਸ਼ਟਰ ਨੇ ਉਹ ਬੰਦ ਪਏ ਨੇ, ਕਿਉਂਕਿ ਅਮੂਮਨ ਤੌਰ ਤੇ 10 ਵਜੇ ਦੁਕਾਨਾਂ ਖੁੱਲ ਜਾਂਦੀਆਂ, ਪਰ ਅੱਜ ਅਜਿਹਾ ਕੋਈ ਹਲਚਲ ਨਹੀਂ ਦੇਖੀ ਗਈ। ਸੜਕਾਂ ਜਿਹੜੀਆਂ ਨੇ ਉਸ ਤੇ ਵੀ ਆਵਾਜਾਈ ਬੇਹੱਦ ਪ੍ਰਭਾਵਿਤ ਹੋਈ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। 6 ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ। ਮੋਹਾਲੀ, ਗੁਰਦਾਸਪੁਰ, ਰਾਮਪੁਰਾ ਫੂਲ, ਸਮਾਣਾ, ਮਾਨਸਾ, ਨਾਭਾ, ਇਹ ਪੰਜਾਬ ਦੇ ਉਹ ਸ਼ਹਿਰ ਨੇ ਜਿਹੜੇ ਕਿ ਬੰਦ ਦਾ ਅਸਰ ਜਿੱਥੇ ਦੇਖਿਆ ਜਾ ਸਕਦਾ ਹੈ। 6 ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਮੋਹਾਲੀ ਦੀ ਗੱਲ ਕਰਾਂਗੇ ਤੇ ਮੋਹਾਲੀ ਦੇ ਵਿੱਚ ਵੀ ਸ਼ਟਰ ਡਾਊਨ ਨੇ, ਯਾਨੀ ਕਿ ਮਾਰਕੀਟ ਬਿਲਕੁਲ ਬੰਦ ਪਈ ਹੈ। ਗੁਰਦਾਸਪੁਰ, ਰਾਮਪੁਰਾ ਫੂਲ, ਸਮਾਣਾ, ਮਾਨਸਾ, ਨਾਭਾ, ਸਾਰੇ ਕਿਤੇ ਵਧੀਆ ਸਮਰਥਨ ਜਿਹੜਾ ਹੈ ਉਹ ਕਿਸਾਨ ਅੰਦੋਲਨ ਨੂੰ ਮਿਲ ਰਿਹਾ ਹੈ। ਯਾਨੀ ਕਿ ਜੋ ਟੀਚਾ ਸੀਗਾ ਅੱਜ ਦਾ ਦਿਨ ਬੰਦ ਦੀ ਕਾਲ ਜੋ ਦਿੱਤੀ ਗਈ ਸੀ ਉਹ ਮੁਕੰਮਲ ਰੂਪ ਤੇ ਕਿਤੇ ਨਾ ਕਿਤੇ ਉਸ ਨੂੰ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ। ਔਰ ਜਿੱਥੇ ਜੋ ਕੁਝ ਦੁਕਾਨਾਂ ਖੋਲੀਆਂ ਵੀ ਜਾਂਦੀਆਂ ਨੇ ਤੇ ਉੱਥੇ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਾਂਤੀਮਈ ਢੰਗ ਦੇ ਨਾਲ ਬੰਦ ਕਰਵਾ ਦਿੱਤਾ ਜਾਂਦਾ ਹੈ। ਤਾਂ 6 ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪੰਜਾਬ ਦੀਆਂ, ਜਿੱਥੇ ਕਿ ਵਿਆਪਕ ਤੌਰ ਤੇ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਤਾਂ ਭਾਰਤ ਬੰਦ ਕਰਕੇ ਹਰ ਪਾਸੇ ਜਾਮ ਵਰਗੇ ਹਾਲਾਤ ਬੜੇ ਹੋਏ ਨੇ। ਕਿਸਾਨਾਂ ਨੇ ਅੰਮ੍ਰਿਤਸਰ ਦਿੱਲੀ ਹਾਈਵੇ ਜਾਮ ਕੀਤਾ ਹੋਇਆ ਹੈ। ਗੋਲਡਨ ਗੇਟ ਤੇ ਮੋਰਚਾ ਲਗਾ ਰੱਖਿਆ ਹੈ ਔਰ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਿਸਾਨਾਂ ਵੱਲੋਂ ਜਤਾਇਆ ਜਾ ਰਿਹਾ ਹੈ। ਤਾਂ ਦਿੱਲੀ ਅੰਮ੍ਰਿਤਸਰ ਉਹ ਹਾਈਵੇ ਹੈ ਜਿਹੜਾ ਕਿ ਸਭ ਤੋਂ
ਵੱਧ ਚੱਲਣ ਵਾਲਾ ਹਾਈਵੇ ਹੈ, ਯਾਨੀ ਕਿ ਇਹ ਪੰਜਾਬ ਨੂੰ ਦਿੱਲੀ ਦੇ ਨਾਲ, ਰਾਜਧਾਨੀ ਦੇ ਨਾਲ ਕਨੈਕਟ ਕਰਦਾ ਹੈ। ਇਸ ਦੇ ਵਿੱਚ ਜਿੰਨੇ ਵੀ ਰਸਤੇ ਆਉਂਦੇ, ਜਿੰਨੇ ਵੀ ਸ਼ਹਿਰ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਕੁਰੂਕਸ਼ੇਤਰ ਵੀ ਹੈ, ਹਰਿਆਣਾ ਦੇ ਕਈ ਅਜਿਹੇ ਸ਼ਹਿਰ ਨੇ, ਉਹ ਸਾਰਿਆਂ ਨੂੰ ਅਗਰ ਕਿਸੇ ਨੇ ਉਹ ਸਾਰਿਆਂ ਤੱਕ ਪਹੁੰਚਣਾ ਹੈ ਤਾਂ ਆਵਾਜਾਈ ਇੱਥੇ ਬੇਹੱਦ ਪ੍ਰਭਾਵਿਤ ਹੋਈ ਪਈ ਹੈ। ਹਰ ਪਾਸੇ ਜਾਮ ਵਰਗੇ ਹਾਲਾਤ ਬਣੇ ਹੋਏ ਨੇ ਔਰ ਕਿਸਾਨਾਂ ਨੇ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਹੀ ਜਾਮ ਲਗਾਇਆ ਹੋਇਆ ਹੈ, ਗੋਲਡਨ ਗੇਟ ਤੇ ਮੋਰਚਾ ਲਗਾਇਆ ਹੋਇਆ ਹੈ। ਤਾਂ ਇਸ ਖਬਰ ਤੇ ਪੂਰੀ ਅਪਡੇਟ ਵਾਸਤੇ ਇੱਕ ਵਾਰ ਰੁਕ ਕਰ ਲੈਣੇ ਅੰਮ੍ਰਿਤਸਰ ਦਾ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਬਣੇ ਹੋਏ ਨੇ। ਰਾਜੀਵ, ਤੁਸੀਂ ਤਸਵੀਰਾਂ ਵਿਖਾਈਆਂ ਕਿਸੇ ਕੁਝ ਸਮਾਂ ਪਹਿਲਾਂ ਜਿੱਥੇ ਕਿ ਸਿਕਿਉਰਿਟੀ ਦੇ ਵੀ ਇੰਤਜ਼ਾਮ ਕੀਤੇ ਗਏ ਸੀ, ਤਾਂ ਹੁਣ ਵੀ ਅੰਮ੍ਰਿਤਸਰ ਦਿੱਲੀ ਹਾਈਵੇ ਤੇ ਪ੍ਰਦਰਸ਼ਨ ਚੱਲ ਰਿਹਾ ਹੈ। ਸਿਕਿਉਰਿਟੀ ਦੇ ਕੀ ਕੁਝ ਇੰਤਜ਼ਾਮ ਕੀਤੇ ਗਏ ਨੇ ਔਰ ਕਿਹੋ ਜਿਹਾ ਅਸਰ ਦੇਖਣ ਨੂੰ ਮਿਲ ਰਿਹਾ ਹੈ? जी हाँ बिल्कुल नवजोत, इस ਵੇਲੇ मैं ਅੰਮ੍ਰਿਤਸਰ ਦਾ ਜੋ ਮੇਨ ਐਂਟਰੀ ਪੁਆਇੰਟ ਹੈ ਗੋਲਡਨ ਗੇਟ ਜਿਸ ਨੂੰ ਕਿਹਾ ਜਾਂਦਾ, ਤਾਂ ਅੰਮ੍ਰਿਤਸਰ ਦੀ ਇਹ ਪਛਾਣ ਇਸ ਤੋਂ ਬਾਅਦ ਹੀ ਗੁਰੂ ਨਗਰੀ ਦੀ ਸ਼ੁਰੂਆਤ ਹੁੰਦੀ ਹੈ। ਜਿੰਨੀ ਸੰਗਤ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੀ ਤਾਂ ਇਸੇ ਗੇਟ ਰਾਹੀਂ ਹੀ ਜੋ ਲੋਕ ਨੇ ਉਹ ਅੰਮ੍ਰਿਤਸਰ ਦੇ ਵਿੱਚ ਐਂਟਰ ਕਰਦੇ ਨੇ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਇਸ ਰੋਡ ਨੂੰ ਜੋ ਹਾਈਵੇ ਨੈਸ਼ਨਲ ਹਾਈਵੇ 1 ਹੈ, ਤਾਂ ਇਹ ਹਾਈਵੇ ਜੋ ਹੈ ਜਿੱਥੇ ਪੰਜਾਬ ਨੂੰ ਰਾਜਧਾਨੀ ਦੇ ਨਾਲ ਜੋੜਦਾ, ਉੱਥੇ ਹੀ ਕਈ ਸੂਬੇ ਜਿਹੜੇ ਨੇ ਉਹਨਾਂ ਨੂੰ ਵੀ ਇਹ ਹਾਈਵੇ ਜਾਂਦਾ। ਔਰ ਜੇਕਰ ਮੈਂ ਦੋ ਮੁਲਕਾਂ ਦੀ ਗੱਲ ਕਰਾਂ ਤਾਂ ਭਾਰਤ ਪਾਕਿਸਤਾਨ ਨੂੰ ਜੋੜਨ ਵਾਲਾ ਵੀ ਹਾਈਵੇ ਇਹੀ ਹੈ ਜਿਹੜਾ ਇਸ ਵੇਲੇ ਕਿਸਾਨਾਂ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ। ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਹੋਣ, ਬਜ਼ੁਰਗ ਹੋਣ ਜਾਂ ਫਿਰ ਬੱਚੇ, ਤਾਂ ਉਹ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ। ਤਾਂ ਕਿਸਾਨ, ਜਦੋਂ ਅਸੀਂ ਕੁਝ ਦੇਰ ਪਹਿਲਾਂ ਗੱਲਬਾਤ ਕੀਤੀ ਤਾਂ ਕਿਸਾਨ ਆਪਣੇ ਪੂਰੇ ਪਰਿਵਾਰਾਂ ਸਮੇਤ ਪਹੁੰਚੇ ਨੇ, ਬੱਚਿਆਂ ਦੇ ਨਾਲ ਇੱਥੇ ਪਹੁੰਚੇ ਨੇ। ਔਰ ਇੱਥੇ ਕਈ ਸਿਆਸੀ ਧਿਰਾਂ ਤੋਂ ਇਲਾਵਾ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਾਂ ਧਾਰਮਿਕ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦੇ ਆਗੂ ਵੀ ਜਿਹੜੇ ਇੱਥੇ ਪਹੁੰਚ ਕੇ ਕਿਸਾਨਾਂ ਦੇ ਇਸ ਬੰਦ ਨੂੰ ਆਪਣਾ ਸਮਰਥਨ ਦੇ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਜੋ ਵਾਲਮੀਕ ਸਮਾਜ ਹੈ ਉਹਨਾਂ ਵੱਲੋਂ ਵੀ ਇਸ ਬੰਦ ਨੂੰ ਸਮਰਥਨ ਦਿੱਤਾ ਗਿਆ। ਤਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਆਖਿਰਕਾਰ ਸੁਰੱਖਿਆ ਦੇ ਕਿਸ ਤਰੀਕੇ ਦੇ ਪ੍ਰਬੰਧ ਨੇ, ਤਾਂ ਜ਼ਿਲ੍ਹਾ ਪ੍ਰਸ਼ਾਸਨ ਜੋ ਹੈ ਉਸਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ। ਮੈਂ ਇਸ ਧਰਨੇ ਤੋਂ ਇਲਾਵਾ ਹੋਰ ਇੱਥੇ ਕਿਸ ਤਰੀਕੇ ਦੀ ਤਸਵੀਰ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਹਾਈਵੇ ਜੋ ਕਿ ਅੰਮ੍ਰਿਤਸਰ ਵਾਲੇ ਪਾਸੇ ਜਿਹੜਾ ਰਸਤਾ ਜਾਂਦਾ, ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਇਹ ਭਰਿਆ ਹੋਇਆ। ਤਾਂ ਹੁੰਗਾਰਾ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਕਿਉਂਕਿ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ। ਤਾਂ ਇੱਥੇ ਤੁਸੀਂ ਦੇਖੋ ਕਿ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਮੌਕੇ ਤੇ ਮੌਜੂਦ ਨੇ, ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਨੇ। ADCP ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਰਪਾਲ ਸਿੰਘ, ADCP ਸਾਹਿਬ, ਕਿੱਦਾਂ ਦੇ ਸੁਰੱਖਿਆ ਪ੍ਰਬੰਧ ਇਸ ਬੰਦ ਨੂੰ ਲੈ ਕੇ ਕੀਤੇ ਗਏ ਨੇ ਔਰ ਕੀ ਜਿਹੜੀ ਕਾਨੂੰਨ ਵਿਵਸਥਾ ਉਸ ਨੂੰ ਕਿਸ ਤਰੀਕੇ ਦੇ ਨਾਲ ਪੂਰੇ ਸ਼ਹਿਰ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ? ਇਸ ਤਰ੍ਹਾਂ ਕਿ ਸ਼ਹਿਰ ਦੇ ਸਾਰੇ ਚੱਪੇ ਤੇ ਪੁਲਿਸ ਫੋਰਸ ਜਿਹੜੀ ਆ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੈਨਾਤ ਆ ਔਰ ਕਿਸੇ ਤਰ੍ਹਾਂ ਦੀ ਸਾਰਾ ਪੀਸਫੁਲ ਜਿਹੜਾ ਚੱਲ ਰਿਹਾ ਵਾ ਔਰ ਕਿਸੇ ਵੱਲੋਂ ਵੀ ਕਿਸੇ ਨੂੰ ਜ਼ਬਰਦਸਤੀ ਕੋਈ ਬੰਦ ਨਹੀਂ ਕਰਾਇਆ ਜਾ ਰਿਹਾ। ਵੈਸੇ ਹੀ ਲੋਕਾਂ ਨੇ ਸਹਿਯੋਗ ਦੇ ਵਿੱਚ ਬੰਦ ਕੀਤਾ ਵਾ। ਤਾਂ ਇਹ ਨੇ SP ਹਰਪਾਲ ਸਿੰਘ ਜੋ ADCP ਨੇ ਅੰਮ੍ਰਿਤਸਰ ਦੇ। ਤਾਂ ਇਹਨਾਂ ਦਾ ਕਹਿਣਾ ਕਿ ਪੁਲਿਸ ਵੱਲੋਂ ਪ੍ਰਬੰਧ ਜ਼ਰੂਰ ਪੁਖਤਾ ਕੀਤੇ ਗਏ ਨੇ ਪਰ ਕਿਸਾਨਾਂ ਵੱਲੋਂ ਕਿਤੇ ਵੀ ਜ਼ਬਰਦਸਤੀ ਕੋਈ ਦੁਕਾਨ ਬੰਦ ਨਹੀਂ ਕਰਵਾਈ ਜਾ ਰਹੀ। ਤਾਂ ਅਸੀਂ ਤਸਵੀਰਾਂ ਵੀ ਦਿਖਾਈਆਂ ਸੀ ਕਿ ਸ਼ਾਂਤਮਈ ਢੰਗ ਦੇ ਨਾਲ ਕਿਸਾਨਾਂ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ। ਤਾਂ ਗੋਲਡਨ ਗੇਟ ਦੇ ਨੇੜੇ ਤੁਸੀਂ ਦੇਖ ਸਕਦੇ ਹੋ ਕਿ ਜੋ ਟਰੈਕਟਰ ਟਰਾਲੀਆਂ ਨੇ ਕਿਸਾਨਾਂ ਦੀਆਂ, ਵੱਖ-ਵੱਖ ਪਿੰਡਾਂ ਤੋਂ, ਵੱਖ-ਵੱਖ ਕਸਬਿਆਂ ਤੋਂ ਇਹ ਕਿਸਾਨ ਇੱਥੇ ਪਹੁੰਚੇ ਨੇ। ਤਾਂ ਹਾਈਵੇ ਇਹ ਆਮ ਤੌਰ ਤੇ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਸੀ, ਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਜਿਹੜੀਆਂ ਨੇ ਉਹ ਬਿਲਕੁਲ ਸੁੰਨਸਾਨ ਨੇ, ਖਾਲੀ ਸੜਕਾਂ ਨਜ਼ਰ ਆ ਰਹੀਆਂ ਨੇ। ਤਾਂ ਹਰ ਕੋਈ ਇੱਥੇ ਇਸ ਅੰਦੋਲਨ ਦੇ ਵਿੱਚ ਪਹੁੰਚ ਕੇ ਇਹੀ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਲਈ ਇੱਥੇ ਪਹੁੰਚੇ ਹਾਂ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਦੱਸਣਾ ਚਾਹੁੰਦੇ ਕਿ ਆਖਿਰਕਾਰ ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਪਿਤਾ, ਉਹਨਾਂ ਦੇ ਦਾਦਾ ਕਿਉਂ ਦਿੱਲੀ ਦੇ ਮੋਰਚੇ ਦੇ ਵਿੱਚ ਪਹੁੰਚੇ ਨੇ। ਇੱਥੇ ਤੁਸੀਂ ਦੇਖੋ ਕਿ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਨੇ, ਨੋ ਫਾਰਮਰ ਨੋ ਫੂਡ ਨੋ ਫਿਊਚਰ। ਤਾਂ ਇੱਥੇ NSUI ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਉਹ ਵੀ ਪਹੁੰਚੇ ਨੇ, ਵੱਖ-ਵੱਖ ਜਥੇਬੰਦੀਆਂ। ਤੇ ਇੱਕ ਹੋਰ ਜਿਹੜੀ ਨਵੀਂ ਚੀਜ਼ ਸਾਹਮਣੇ ਆਈ ਹੈ ਨਵਜੋਤ, ਉਹ ਇਹ ਹੈ ਕਿ ਭਾਵੇਂ ਕਿਸੇ ਵੀ ਸਿਆਸੀ ਧਿਰ ਦੇ ਨਾਲ ਸੰਬੰਧਿਤ ਕੋਈ ਹੋਵੇ, ਕੋਈ ਵੀ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਿਤ, ਕਿਸਾਨਾਂ ਦਾ ਕਹਿਣਾ ਕਿ ਅਸੀਂ ਸਭ ਤੋਂ ਪਹਿਲਾਂ ਕਿਸਾਨ ਔਰ ਸਭ ਤੋਂ ਪਹਿਲਾਂ ਸਾਡੀ ਰੋਟੀ ਹੈ। ਤਾਂ ਇਸ ਕਰਕੇ ਸਿਆਸਤਾਂ ਬਾਅਦ ਦੇ ਵਿੱਚ ਵੀ ਹੁੰਦੀਆਂ ਰਹਿਣਗੀਆਂ। ਤਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਪਹਿਲੀ ਵਾਰ ਇੱਕ ਐਸਾ ਅੰਦੋਲਨ ਨਜ਼ਰ ਆ ਰਿਹਾ ਜਿਸ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ,
ਸਾਰੇ ਜਿਹੜੇ ਧਾਰਮਿਕ ਸੰਗਠਨ ਉਹ ਇਕਜੁੱਟ ਹੁੰਦੇ ਦਿਖਾਈ ਦੇ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਦੇ ਉੱਪਰੋਂ ਜਿਹੜੇ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਜਿਹੜੇ ਆਗੂ ਨੇ ਉਹਨਾਂ ਵੱਲੋਂ ਵੀ ਸੰਬੋਧਨ ਕੀਤਾ ਜਾ ਰਿਹਾ। ਤਾਂ ਇਹ ਤਸਵੀਰ ਹੈ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਦੀ, ਜਿੱਥੇ ਕਿਸਾਨ ਡਟੇ ਹੋਏ ਨੇ ਔਰ 3 ਵਜੇ ਤੱਕ ਇਸੇ ਤਰੀਕੇ ਦੇ ਨਾਲ ਜਿਹੜਾ ਚੱਕਾ ਜਾਮ ਹੈ ਉਹ ਜਾਰੀ ਰਹੇਗਾ। ਜੀ ਨਵਜੋਤ ਜੀ ਠੀਕ ਹੈ ਰਾਜੀਵ, ਤੁਸੀਂ ਬਣੇ ਰਹੋ ਇਸ ਖਬਰ ਤੇ, ਅੱਗੇ ਵੀ ਤੁਹਾਡੇ ਤੋਂ ਪੂਰੀ ਅਪਡੇਟ ਲੈਂਦੇ ਰਹਾਂਗੇ। ਤਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਵੱਡਾ ਇਕੱਠ ਦੇਖਿਆ ਜਾ ਸਕਦਾ ਹੈ। ਲੋਕ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਨਿਕਲੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਬਾਕੀ ਪਰਿਵਾਰ ਨੇ ਜਾਂ ਫਿਰ ਕਹਿ ਲਓ ਕਿ ਪੰਜਾਬ ਇੱਕ ਪਰਿਵਾਰ ਦੇ ਤੌਰ ਤੇ ਹੀ ਹੈ ਔਰ ਕਈ ਲੋਕ ਜਿਹੜੇ ਨੇ ਇਸ ਵੇਲੇ ਅੰਨਦਾਤਾ ਦਾ ਸਮਰਥਨ ਕਰ ਰਹੇ ਨੇ। ਇੱਕ ਵਾਰ ਫਿਰ ਤੋਂ ਰੁਕ ਕਰ ਲੈਣੇ ਮੇਰੇ ਸਹਿਯੋਗੀ ਪੁੱਲਰਜੀਤ ਸਾਡੇ ਨਾਲ ਨਿਊਜ਼ 18 ਕੰਟਰੋਲ ਰੂਮ ਤੋਂ ਜੁੜ ਚੁੱਕੇ ਨੇ। ਪੁੱਲਰ, ਗੂਗਲ ਮੈਪਸ ਤੇ ਤੁਹਾਡੀ ਸਕਰੀਨ ਦੇ ਰਾਹੀਂ ਸਮਝਣਾ ਚਾਹਾਂਗੇ ਜਿੱਥੇ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਹੋ ਰਿਹਾ ਹੈ ਤਾਂ ਕਿੰਨਾ ਕੁਝ ਬਲੌਕੇਡ ਦੇਖਿਆ ਜਾ ਸਕਦਾ ਹੈ, ਕਿਹੜੇ-ਕਿਹੜੇ ਉਹ ਮੇਨ ਹਾਈਵੇਜ਼ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਔਰ ਅੰਮ੍ਰਿਤਸਰ ਦੇ ਵਿੱਚ ਵੀ ਇਸ ਵੇਲੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬਿਲਕੁਲ ਨਵਜੋਤ, ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜਿਹੜਾ ਐਂਟਰੈਂਸ ਦੇ ਉੱਪਰ ਚੌਂਕ ਹੈ ਭਾਈਵਾਲਾ ਚੌਂਕ, ਜਿਵੇਂ ਕਿ ਰਾਜੀਵ ਨੇ ਵੀ ਦਿਖਾਇਆ ਕਿ ਐਂਟਰੈਂਸ ਦੇ ਉੱਪਰ ਹੀ ਜਿਹੜਾ ਹੈ ਉਹ ਵੱਡੀ ਬਲੌਕੇਡ ਦੇਖਣ ਨੂੰ ਮਿਲ ਰਹੀ ਹੈ। ਬੁਰੇ ਤਰੀਕੇ ਨਾਲ ਟ੍ਰੈਫਿਕ ਪ੍ਰਭਾਵਿਤ ਹੈ ਕਿਉਂਕਿ ਜਿਹੜਾ ਐਂਟਰੈਂਸ ਦੇ ਵਿੱਚ ਚੌਂਕ ਆਉਂਦਾ ਉਸ ਤੋਂ ਹੀ ਡਾਈਵਰਟ ਹੁੰਦਾ ਰੋਡ ਜਿਹੜਾ ਬਾਈਪਾਸ ਜਾਂਦਾ ਔਰ ਸਿੱਧਾ ਅੰਮ੍ਰਿਤਸਰ ਨੂੰ ਤੁਹਾਨੂੰ ਦਿਖਾ ਰਿਹਾ ਕਿ ਮੇਨ ਚੌਂਕ ਐਂਟਰੈਂਸ ਦੇ ਉੱਪਰ NH 44 ਦੇ ਉੱਪਰ ਦਾ ਦੇਖ ਸਕਦੇ ਹੋ ਥਾਂ ਦੇ ਉੱਪਰ ਜਿਹੜੇ ਹੈ ਉਹ ਬਲੌਕੇਜ ਕੀਤੀ ਗਈ ਆ। ਹਰ ਅੱਧੇ ਕਿਲੋਮੀਟਰ ਬਾਅਦ ਤੁਹਾਨੂੰ ਟ੍ਰੈਫਿਕ ਬਲੌਕੇਜ ਮਿਲੇਗੀ। ਤਾਂ ਵੱਡੇ ਤੌਰ ਦੇ ਉੱਪਰ ਕਹਿ ਸਕਦੇ ਹਾਂ ਕਿ ਇਸ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ ਅੱਜ ਦੇਸ਼ ਵਿਆਪੀ ਚੱਕਾ ਜਾਮ ਦਾ ਅਸਰ ਉਹ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਦੇਖਣ ਨੂੰ ਮਿਲ ਰਿਹਾ ਹੈ। ਤਾਂ ਹੁਸੈਨੀਪੁਰਾ ਚੌਂਕ ਤੁਹਾਨੂੰ ਦਿਖਾ ਰਿਹਾ, ਤੁਸੀਂ ਦੇਖੋ ਕਰੀਬ ਕਈ ਕਿਲੋਮੀਟਰ ਲੰਬਾ ਜਿਹੜਾ ਹੈ ਇੱਥੇ ਟ੍ਰੈਫਿਕ ਜਾਮ ਹੈ। ਤਾਂ ਸਿੱਧੀ ਲਾਲ ਲਕੀਰ ਦੇਖਣ ਨੂੰ ਮਿਲ ਰਹੀ ਹੈ, ਸਿੱਧੇ ਤੌਰ ਦੇ ਉੱਪਰ ਬਿਆਨ ਕਰ ਰਹੀ ਹੈ ਕਿ ਜਿਹੜਾ ਅੰਮ੍ਰਿਤਸਰ ਦਾ ਮੇਨ ਚੌਂਕ ਹੈ NH 44 ਇਸ ਨੂੰ ਕ੍ਰਾਸ ਕਰਕੇ ਜਾਂਦਾ ਕਿਉਂਕਿ ਕਿਤੇ ਨਾ ਕਿਤੇ ਇੱਥੋਂ ਐਂਟਰੈਂਸ ਹੁੰਦੀ ਹੈ ਅੰਮ੍ਰਿਤਸਰ ਗੁਰੂ ਨਗਰੀ ਦੀ। ਤਾਂ ਸਾਰੇ ਦਾ ਸਾਰਾ ਹੀ ਜਿਹੜਾ ਉਹ ਲਾਲ ਨਜ਼ਰ ਆ ਰਿਹਾ, ਭਾਵ ਪੂਰੀ ਟ੍ਰੈਫਿਕ ਇੱਥੇ ਬੰਦ ਕੀਤੀ ਗਈ ਹੈ। ਔਰ ਤਸਵੀਰਾਂ ਵੀ ਤੁਹਾਨੂੰ ਥੋੜੀ ਦੇਰ ਪਹਿਲਾਂ ਅਸੀਂ ਦਿਖਾਈਆਂ ਸੀ ਮੇਰੇ ਸਹਿਯੋਗੀ ਰਾਜੀਵ ਨੇ ਕਿ ਅੰਮ੍ਰਿਤਸਰ ਦੇ ਵਿੱਚ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਹੀ ਏਰੀਆ ਅੰਮ੍ਰਿਤਸਰ ਦਾ ਜਿੱਥੇ ਕਿ ਕਿਸਾਨ ਠੀਕ ਹੈ ਪੁੱਲਰ, ਅਸੀਂ ਫਿਰ ਤੋਂ ਤੁਹਾਡਾ ਰੋਕ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਦੱਸ ਦਿੰਦੇ ਹਾਂ ਦਰਸ਼ਕਾਂ ਨੂੰ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕੀਤਾ ਹੈ ਔਰ ਪ੍ਰਧਾਨ ਮੰਤਰੀ ਨੇ ਬਾਦਲ ਨੂੰ ਜਨਮ ਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਖੇਤੀ ਕਾਨੂੰਨ ਨੂੰ ਲੈ ਕੇ ਕੇਂਦਰ ਤੋਂ ਨਾਰਾਜ਼ ਹਨ ਬਾਦਲ। ਪ੍ਰਕਾਸ਼ ਸਿੰਘ ਬਾਦਲ ਨੂੰ ਕੱਲ ਪ੍ਰਧਾਨ ਮੰਤਰੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਚਿੱਠੀ ਵੀ ਲਿਖੀ ਸੀ ਔਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਪਦਮ ਵਿਭੂਸ਼ਣ ਵੀ ਮੋੜ ਚੁੱਕੇ ਹਨ। ਤੇ ਤੁਹਾਨੂੰ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਦਾ ਸਾਬਕਾ ਮੁੱਖ ਮੰਤਰੀ ਦਾ ਅੱਜ ਜਨਮ ਦਿਨ ਹੈ ਔਰ ਉਹਨਾਂ ਦੇ ਜਨਮ ਦਿਨ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਫੋਨ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਉਹਨਾਂ ਦੇ ਜਨਮ ਦਿਨ ਤੇ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ ਔਰ ਖੇਤੀ ਕਾਨੂੰਨ ਨੂੰ ਲੈ ਕੇ ਉਹ ਪਹਿਲਾਂ ਹੀ ਕੇਂਦਰ ਤੋਂ ਨਾਰਾਜ਼ ਚੱਲ ਰਹੇ ਨੇ। ਉਹਨਾਂ ਵੱਲੋਂ ਇੱਕ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਤੇ ਕਿਸਾਨਾਂ ਦੀ ਗੱਲ ਸੁਣੀ ਜਾਵੇ ਔਰ ਕਿਸਾਨਾਂ ਦੇ ਸਮਰਥਨ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਆਪਣਾ ਪਦਮ ਵਿਭੂਸ਼ਣ ਵੀ ਮੋੜ ਚੁੱਕੇ ਨੇ। ਤਾਂ ਤੁਸੀਂ ਦੇਖਿਆ ਹੋਵੇਗਾ ਉਹ ਤਸਵੀਰਾਂ ਜਦੋਂ ਕਿ ਅਲਾਈਅੰਸ ਹੁੰਦਾ ਸੀਗਾ ਭਾਜਪਾ ਅਕਾਲੀਆਂ ਦਾ, ਜਦੋਂ ਕੋਈ ਰੈਲੀ ਹੁੰਦੀ ਸੀ ਤੇ ਉਸ ਦੌਰਾਨ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਟੇਜ ਤੇ ਹੁੰਦੇ ਸੀ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਹਨਾਂ ਦੇ ਚਰਨ ਛੋਹ ਕਰਕੇ ਉਹਨਾਂ ਤੋਂ ਆਸ਼ੀਰਵਾਦ ਲਿਆ ਜਾਂਦਾ ਸੀ। ਉਹ ਵੀ ਤਸਵੀਰਾਂ ਅਸੀਂ ਵੇਖੀਆਂ ਨੇ। ਤਾਂ ਅਲਾਈਅੰਸ ਬੇਸ਼ੱਕ ਟੁੱਟ ਗਿਆ ਹੈ ਪਰ ਉਧਰ ਹੀ ਜਿਹੜਾ ਰਿਸ਼ਤਾ ਹੈ ਉਹ ਇਹਨਾਂ ਦਾ ਉਸ ਤਰ੍ਹਾਂ ਹੀ ਕਾਇਮ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਨੇ। ਪਰ ਤੁਹਾਨੂੰ ਦੱਸ ਦਈਏ ਕਿ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀ ਲਿਖ ਕੇ ਰੋਸ ਜ਼ਾਹਿਰ ਕੀਤਾ ਹੈ, ਖੇਤੀ ਕਾਨੂੰਨਾਂ ਤੇ ਰੋਸ ਜ਼ਾਹਿਰ ਕੀਤਾ ਔਰ ਕਿਹਾ ਹੈ ਕਿ ਇਹ ਖੇਤੀ ਕਾਨੂੰਨ ਜਲਦ ਤੋਂ ਜਲਦ ਰੱਦ ਹੋਣੇ ਚਾਹੀਦੇ ਨੇ। ਇਸ ਦੇ ਨਾਲ ਹੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਪਣਾ ਪਦਮ ਵਿਭੂਸ਼ਣ ਯਾਨੀ ਕਿ ਉਹ ਸੈਕੰਡ ਹਾਈਐਸਟ ਸਿਵਿਲੀਅਨ ਅਵਾਰਡ ਹੁੰਦਾ ਹੈ ਪਦਮ ਵਿਭੂਸ਼ਣ ਜੋ ਕਿ ਆਪਣਾ ਵਾਪਸ ਕਰ ਚੁੱਕੇ ਨੇ। ਤਾਂ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਵੱਲੋਂ, ਤਾਂ ਦੂਜੇ ਪਾਸੇ ਉਧਰ ਹੀ ਪ੍ਰਧਾਨ ਮੰਤਰੀ ਮੋਦੀ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ੁਭਕਾਮਨਾ ਦੇ ਰਹੇ ਨੇ ਕਿਉਂਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਹੈ। ਤਾਂ ਅਲਾਈਅੰਸ ਬੇਸ਼ੱਕ ਟੁੱਟ ਗਿਆ, ਭਾਜਪਾ ਅਕਾਲੀਆਂ ਦਾ ਅਲਾਈਅੰਸ ਟੁੱਟ ਗਿਆ, ਬਹੁਤ ਪੁਰਾਣਾ ਅਲਾਈਅੰਸ ਸੀ ਜੋ ਕਿ ਟੁੱਟ ਚੁੱਕਿਆ ਹੈ ਔਰ ਖੇਤੀ ਕਾਨੂੰਨ ਇਸ ਦਾ ਮੇਨ ਮਸਲਾ ਕਹਿ ਸਕਦੇ ਆ ਜਿਹੜਾ ਰਿਹਾ ਇਸ ਅਲਾਈਅੰਸ ਦੇ ਟੁੱਟਣ ਦੀ ਵਜ੍ਹਾ ਰਹੀ ਹੈ। ਪਰ ਉਸ ਤੋਂ ਬਾਵਜੂਦ ਰਿਸ਼ਤਿਆਂ ਨੂੰ ਕਾਇਮ ਰੱਖਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕਰਕੇ ਉਹਨਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾ ਦਿੱਤੀਆਂ। ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੀਐਮ ਪ੍ਰਕਾਸ਼ ਸਿੰਘ ਬਾਦਲ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਚੁੱਕੇ ਨੇ ਔਰ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਨੇ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਖੇਤੀ ਕਾਨੂੰਨਾਂ ਤੇ ਕਿਸਾਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।
ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਨਿਊਜ਼ 18 ਦੇ ਕੰਟਰੋਲ ਰੂਮ ਤੇ ਲੈ ਚੱਲਦੇ ਪੁੱਲਰਜੀਤ ਲਗਾਤਾਰ ਮੇਰੇ ਨਾਲ ਜੁੜੇ ਹੋਏ ਨੇ। ਪੁੱਲਰ, ਹਾਈਵੇਜ਼ ਦੀ ਗੱਲ ਕੀਤੀ ਜਾਏ, ਤੁਸੀਂ ਕਿਹਾ ਕਿ ਅੰਮ੍ਰਿਤਸਰ ਦਿੱਲੀ ਹਾਈਵੇ ਜੋ ਕਿ ਬਹੁਤ ਵੱਧ ਚੱਲਦਾ ਹੈ, ਜਿਹੜੇ ਵੀ ਲੋਕਾਂ ਨੇ ਪੰਜਾਬ ਤੋਂ ਦਿੱਲੀ ਜਾਣਾ ਹੁੰਦਾ ਹੈ ਉਹ ਇਸ ਹਾਈਵੇ ਦੇ ਰਾਹੀਂ ਜਾਂਦੇ ਨੇ, ਉਹ ਸਾਰਾ ਹਾਈਵੇਜ਼ ਵਾਲੇ ਪ੍ਰਭਾਵਿਤ ਹੋਇਆ ਹੈ। ਹੋਰ ਕਿਹੜੇ-ਕਿਹੜੇ ਹਾਈਵੇਜ਼ ਨੇ ਜਿੱਥੇ ਤੁਸੀਂ ਰੈੱਡ ਮਾਰਕ ਦੇਖ ਸਕਦੇ ਹੋ, ਯਾਨੀ ਕਿ ਬਲੌਕੇਡ ਬਣਿਆ ਹੋਇਆ ਹੈ? ਬਿਲਕੁਲ ਨਵਜੋਤ, ਜਿਵੇਂ ਕਿ ਆਪਾਂ ਗੱਲ ਕਰੀਏ NH44 ਨੈਸ਼ਨਲ ਹਾਈਵੇ ਆ ਜਿਹੜਾ ਅੰਮ੍ਰਿਤਸਰ ਨੂੰ ਦਿੱਲੀ ਨਾਲ ਜੋੜਦਾ, ਔਰ ਇਸ ਹਾਈਵੇ ਦੇ ਉੱਪਰ ਦਿੱਲੀ ਤੋਂ ਅੰਮ੍ਰਿਤਸਰ ਦੇ तमाम ਵੱਡੇ ਸ਼ਹਿਰ ਨੇ, ਜਲੰਧਰ ਦੀ ਗੱਲ ਹੋਵੇ, ਲੁਧਿਆਣੇ ਦੀ ਗੱਲ ਹੋਵੇ ਜਾਂ ਫਿਰ ਅੱਗੇ ਕਰਨਾਲ ਦੀ ਗੱਲ ਹੋਵੇ, ਸੋਨੀਪਤ ਦੀ, ਤਾਂ ਸਾਰੇ ਹੀ NH44 ਦੇ ਉੱਪਰ ਹੀ ਆ ਰਹੇ ਨੇ। ਔਰ ਸਿੱਧੀ ਸ਼ੁਰੂਆਤ ਹੋ ਰਹੀ, ਇੱਕ ਵਾਰ ਫਿਰ ਤੋਂ ਕਰਦੇ ਹਾਂ ਕਿ ਹੁਸੈਨਪੁਰਾ ਚੌਂਕ ਅੰਮ੍ਰਿਤਸਰ ਦਾ ਅਸੀਂ ਵਾਰ-ਵਾਰ ਇਸ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਸਟਾਰਟਿੰਗ ਹੈ, ਐਂਟਰਸ ਪੁਆਇੰਟ ਹੈ NH44। ਜਦੋਂ ਜਲੰਧਰ ਸਾਈਡ ਤੋਂ ਅਸੀਂ ਆਉਨੇ ਆ ਤਾਂ ਸਟਾਰਟਿੰਗ ਦੇ ਵਿੱਚ ਚੌਂਕ ਆਉਂਦਾ ਅੰਮ੍ਰਿਤਸਰ ਦਾ, ਜਿੱਥੇ ਕਿ ਮੇਨ ਟ੍ਰੈਫਿਕ ਜਾਮ ਹੈ ਕਿਉਂਕਿ ਇੱਥੋਂ ਹੀ ਜਿਹੜੇ ਰੋਡ ਨੇ ਉਹ ਡਾਈਵਰਟ ਹੁੰਦੇ ਨੇ ਔਰ ਇਸ ਚੌਂਕ ਤੋਂ ਹੀ ਡਾਈਵਰਟ ਹੁੰਦੇ ਨੇ। ਪਰ ਇਸ ਚੌਂਕ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਬਲੌਕ ਕੀਤਾ ਹੋਇਆ ਟ੍ਰੈਫਿਕ ਜਾਮ ਆ, ਜਿਸ ਦੀ ਵਜ੍ਹਾ ਦੇ ਨਾਲ ਇੱਕ ਤਰੀਕੇ ਦੇ ਨਾਲ ਅੰਮ੍ਰਿਤਸਰ ਦਾ ਸੰਪਰਕ ਇੱਧਰ NH44 ਨਾਲ ਟੁੱਟ ਚੁੱਕਿਆ ਕਿਉਂਕਿ ਇੱਥੇ ਮੇਨ ਕਿਸਾਨ ਬੈਠੇ ਹੋਏ ਨੇ, ਹੋਰ ਜਥੇਬੰਦੀਆਂ ਦੇ ਲੋਕ ਇੱਥੇ ਬੈਠੇ ਹੋਏ ਨੇ, ਤਾਂ ਕਿਤੇ ਨਾ ਕਿਤੇ ਪ੍ਰਭਾਵ ਨਜ਼ਰ ਆ ਰਿਹਾ ਹੈ। ਮੇਰੇ ਸਹਿਯੋਗੀ ਰਾਜੀਵ ਨੇ ਵੀ ਦਿਖਾਇਆ ਸੀ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵੀ ਟ੍ਰੈਫਿਕ ਪ੍ਰਭਾਵਿਤ। ਇੱਕ ਵਾਰ ਫਿਰ ਤੋਂ ਚੱਲਦੇ ਹਾਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਦੇ ਕੋਲ। ਰਾਜੀਵ, ਜਿਵੇਂ ਕਿ ਅਸੀਂ ਗੂਗਲ ਮੈਪ ਦੇ ਉੱਪਰ ਦੇਖ ਰਹੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਥਾਂ-ਥਾਂ ਦੇ ਉੱਪਰ ਰੈੱਡ ਲਾਈਨਾਂ ਦਿਖ ਰਹੀਆਂ ਨੇ, ਭਾਵ ਟ੍ਰੈਫਿਕ ਪ੍ਰਭਾਵਿਤ ਹੋ ਰਹੀ ਹੈ। ਤਾਂ ਤੁਹਾਡੇ ਕੋਲ ਇੱਕ ਵਾਰ ਫਿਰ ਤੋਂ ਆਉਣਾ ਚਾਹੁੰਦੇ ਔਰ ਜਾਣਨਾ ਚਾਹੁੰਦੇ ਕਿ ਅੰਮ੍ਰਿਤਸਰ ਦੇ ਵਿੱਚ ਤਾਜ਼ਾ ਸਥਿਤੀ ਕੀ ਹੈ ਔਰ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ? ਜੀ ਹਾਂ, ਬਿਲਕੁਲ ਪੁੱਲਰਜੀਤ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਦੇ ਵਿੱਚ ਸਿਰਫ 골ਡਨ ਗੇਟ ਹੀ ਨਹੀਂ ਬਲਕਿ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ, ਭਾਵੇਂ ਉਹ ਫਤਿਹਗੜ੍ਹ ਚੂੜੀਆਂ ਰੋਡ ਹੋਵੇ ਜਾਂ ਉਹ ਅੰਮ੍ਰਿਤਸਰ ਤੋਂ ਜੋ ਖਾਲਸਾ ਕਾਲਜ ਦੇ ਨੇੜੇ ਜਿਹੜੀ ਰੋਡ ਅਟਾਰੀ ਬਾਰਡਰ ਨੂੰ ਜਾਂਦੀ ਹੈ ਉੱਥੇ ਵੀ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ। ਪਰ ਪ੍ਰਮੁੱਖ ਜਿਹੜਾ ਹਾਈਵੇ ਜਿੱਥੋਂ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਨੇ ਲੋਕ, ਤਾਂ ਉਹ 골ਡਨ ਗੇਟ ਹੈ, ਨੈਸ਼ਨਲ ਹਾਈਵੇ 1, ਜਿੱਥੋਂ ਸਾਰੀ ਟ੍ਰੈਫਿਕ ਜਿਹੜੀ ਸ਼ਹਿਰ ਦੇ ਅੰਦਰ ਦਾਖਲ ਹੁੰਦੀ ਹੈ ਤਾਂ ਉਸ ਨੂੰ ਪੂਰੀ ਤਰ੍ਹਾਂ ਜੋ ਹੈ ਉਹ ਬੰਦ ਕਰ ਦਿੱਤਾ ਗਿਆ। ਨੈਸ਼ਨਲ ਹਾਈਵੇ ਦੇ ਉੱਪਰ ਤੁਸੀਂ ਦੇਖੋ ਕਿ ਲਗਾਤਾਰ ਹਾਲੇ ਵੀ ਕਿਸਾਨਾਂ ਦੇ ਜਿਹੜੇ ਕਾਫਲੇ ਨੇ, ਕਿਸਾਨ ਆਪਣੇ ਆਪਣੇ ਟਰੈਕਟਰਾਂ ਤੇ ਸਵਾਰ ਹੋ ਕੇ ਜਿੱਥੇ ਇਹ ਚੱਕਾ ਜਾਮ ਕੀਤਾ ਗਿਆ ਉਧਰ ਨੂੰ ਵੱਧ ਰਹੇ ਨੇ। ਤਾਂ ਲਗਾਤਾਰ ਕਿਸਾਨਾਂ ਦਾ ਜਿਹੜਾ ਇੱਥੇ ਚੱਕਾ ਜਾਮ ਹੈ, ਇਸ ਦੇ ਵਿੱਚ ਜਥੇਬੰਦੀਆਂ ਵੀ ਵੱਖ-ਵੱਖ ਪਹੁੰਚ ਰਹੀਆਂ ਨੇ, ਤਾਂ ਲੋਕ ਆਪਣੇ ਬੱਚਿਆਂ ਦੇ ਸਮੇਤ ਇਸ ਧਰਨੇ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਵੱਖ-ਵੱਖ ਤਰ੍ਹਾਂ ਦੇ ਝੰਡੇ ਨਜ਼ਰ ਆ ਰਹੇ ਨੇ ਕਿਉਂਕਿ ਵੱਖ-ਵੱਖ ਸਿਆਸੀ ਜਥੇਬੰਦੀਆਂ ਦਾ ਵੀ ਜਿਹੜਾ ਸਮਰਥਨ ਹੈ ਉਹ ਕਿਸਾਨਾਂ ਦੇ ਇਸ ਅੰਦੋਲਨ ਨੂੰ ਮਿਲਿਆ। ਇਸ ਦੇ ਨਾਲ ਹੀ NSUI ਹੋਵੇ ਜਾਂ ਹੋਰ ਜਿਹੜੇ ਧਾਰਮਿਕ ਸੰਗਠਨ ਨੇ, ਤਾਂ ਇਹ ਤੁਸੀਂ ਦੇਖੋ ਕਿ ਹਾਈਵੇ ਦੇ ਇੱਕ ਪਾਸੇ ਜਿੱਥੇ ਕਿਸਾਨ ਡਟੇ ਹੋਏ ਨੇ ਤਾਂ ਦੂਸਰੇ ਪਾਸੇ ਜਿਹੜਾ ਕਿਸਾਨਾਂ ਦੇ ਜਿਹੜੇ ਵਾਹਨ ਨੇ, ਭਾਵੇਂ ਉਹ ਟਰੈਕਟਰ ਟਰਾਲੀਆਂ ਹੋਣ ਜਾਂ ਗੱਡੀਆਂ ਹੋਣ, ਤਾਂ ਉਹ ਇੱਥੇ ਲੈ ਕੇ ਪਹੁੰਚੇ ਹੋਏ ਨੇ। ਤਾਂ ਇੱਕ ਇੱਥੇ ਕੁਝ ਭੀੜ ਵੀ ਨਜ਼ਰ ਆ ਰਹੀ ਹੈ, ਤਾਂ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਆਖਿਰਕਾਰ ਕੀ ਕਾਰਨ ਹੈ। ਤਾਂ ਕਿਸਾਨ ਲਗਾਤਾਰ ਡਟੇ ਨੇ। ਤਾਂ ਇੱਥੇ ਇੱਕ ਨੌਜਵਾਨ ਜੋ ਹੈ ਉਹ ਸੜਕ ਦੇ ਉੱਪਰ ਡਿੱਗਿਆ ਨਜ਼ਰ ਆ ਰਿਹਾ, ਤਾਂ ਇੱਥੇ ਕਾਫੀ ਭੀੜ ਹੈ। ਤਾਂ ਨੌਜਵਾਨ ਜ਼ਰੂਰ ਇੱਥੇ ਉਹਦੇ ਕੁਝ ਸੱਟਾਂ ਲੱਗੀਆਂ ਨਜ਼ਰ ਆ ਰਹੀਆਂ ਨੇ। ਤਾਂ ਕੀ ਕਾਰਨ ਹੈ, ਹੁਣ ਉਸ ਨੂੰ ਇੱਥੋਂ ਹਸਪੀਟਲ ਲਿਜਾਇਆ ਜਾਏਗਾ। ਤਾਂ ਲਗਾਤਾਰ ਤੁਸੀਂ ਦੇਖੋ ਕਿ ਇਹ ਜਿਹੜੀਆਂ ਗੱਡੀਆਂ ਨਜ਼ਰ ਆ ਰਹੀਆਂ ਨੇ ਅੱਗੇ ਜਾ ਰਹੀਆਂ ਨੇ, ਇਹ ਲੋਕ ਉਹ ਨੇ ਜਿਨ੍ਹਾਂ ਨੇ ਵਿਆਹਾਂ ਸ਼ਾਦੀਆਂ ਤੇ ਜਾਂ ਕਿਤੇ ਐਮਰਜੈਂਸੀ ਕਿਸੇ ਨੂੰ ਕੋਈ ਕੰਮ ਹੈ ਤਾਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ। ਬਾਕੀ ਜਿਹੜੀ ਟ੍ਰੈਫਿਕ ਹੈ ਉਹ ਬਿਲਕੁਲ ਜਾਮ ਕੀਤੀ ਗਈ ਹੈ। ਤਾਂ ਕੁਝ ਗੱਡੀਆਂ ਤੁਸੀਂ ਦੇਖੋ ਕਿ ਅੰਮ੍ਰਿਤਸਰ ਤੋਂ ਜਲੰਧਰ ਵਾਲੇ ਪਾਸੇ ਜਿਹੜੀਆਂ ਜਾ ਰਹੀਆਂ ਨੇ, ਤਾਂ ਇੱਥੇ NSUI ਦੇ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਜਿਹੜਾ ਇੱਥੇ ਜ਼ਖਮੀ ਇੱਕ ਨੌਜਵਾਨ ਹੈ, ਹਾਲਾਂਕਿ ਕਾਰਨ ਨਹੀਂ ਪਤਾ ਲੱਗਾ ਕਿ ਕਿਉਂ ਇਸ ਨੂੰ ਕਿੱਦਾਂ ਸੱਟ ਲੱਗੀ, ਤਾਂ ਉਸ ਨੂੰ ਹੁਣ ਹਸਪੀਟਲ ਲਿਜਾਇਆ ਜਾ ਰਿਹਾ। ਤਾਂ ਕਿਸਾਨਾਂ ਵੱਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਸੀ ਕਿ ਐਮਰਜੈਂਸੀ ਜਿਹੜਾ ਕੋਈ ਕੰਮ ਹੈ, ਐਂਬੂਲੈਂਸ ਹੋਵੇ ਜਾਂ ਕਿਸੇ ਨੇ ਕੋਈ ਜ਼ਰੂਰੀ ਕੰਮ ਜਾਣਾ, ਕਿਸੇ ਨੇ 에ਅਰਪੋਰਟ ਜਾਣਾ, ਤਾਂ ਉਹਨਾਂ ਲੋਕਾਂ ਨੂੰ ਨਹੀਂ ਰੋਕਿਆ ਜਾ ਰਿਹਾ। ਤਾਂ ਇਸ ਨੌਜਵਾਨ ਨੂੰ ਤੁਸੀਂ ਦੇਖੋ ਕਿ ਕੁਝ ਸੱਟਾਂ ਜ਼ਰੂਰ ਲੱਗੀਆਂ ਨੇ, ਕਿਉਂ ਲੱਗੀਆਂ, ਕੀ ਕਾਰਨ ਹੈ, ਇਸ ਬਾਰੇ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ। ਤਾਂ ਉਸ ਨੂੰ ਹੁਣ ਹਸਪਤਾਲ ਲਿਜਾਇਆ ਜਾ ਰਿਹਾ। ਇੱਥੇ ਜਿਹੜੇ ਨੌਜਵਾਨ ਪਹੁੰਚੇ ਸੀ NSUI ਦੇ ਨਾਲ ਸੰਬੰਧਿਤ, ਉਹਨਾਂ ਵੱਲੋਂ ਗੱਡੀ ਦੇ ਵਿੱਚ ਪਾ ਕੇ ਇਸ ਨੂੰ ਜੋ ਹੈ ਹਸਪਤਾਲ ਲਿਜਾਇਆ ਜਾ ਰਿਹਾ ਹੁਣ ਇਲਾਜ ਦੇ ਲਈ। ਤਾਂ ਟ੍ਰੈਫਿਕ ਜਾਮ ਜੋ ਹੈ ਉਹ ਪੂਰੀ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਹੁਸੈਨਪੁਰੇ ਚੌਂਕ ਦਾ ਜ਼ਿਕਰ ਕੀਤਾ, ਤਾਂ ਉਹ ਬਿਲਕੁਲ ਬੱਸ ਸਟੈਂਡ ਦੇ ਨੇੜੇ ਹੈ ਹੁਸੈਨਪੁਰਾ। ਉੱਥੋਂ
ਦੀ ਜਿਹੜੀ ਟ੍ਰੈਫਿਕ ਹੈ ਉਹ ਬਿਲਕੁਲ ਡਾਇਵਰਟ ਕੀਤੀ ਗਈ ਹੈ। ਜੇਕਰ ਕੋਈ ਉਧਰੋਂ ਆਉਂਦਾ ਤਾਂ ਉਹਨਾਂ ਦੇ ਲਈ ਦੂਸਰੇ ਰਸਤੇ ਜਿਹੜੇ ਟ੍ਰੈਫਿਕ ਪੁਲਿਸ ਵੱਲੋਂ ਦੱਸੇ ਗਏ ਨੇ। ਤਾਂ ਇਹ ਤੁਸੀਂ ਦੇਖੋ ਕਿ ਹਾਈਵੇ ਤੇ ਜਿੱਥੇ ਇੱਕ ਪਾਸੇ ਕਿਸਾਨ ਡਟੇ ਨੇ, ਦੂਸਰੇ ਪਾਸੇ ਕਿਸਾਨਾਂ ਦੇ ਜਿਹੜੇ ਵਾਹਨ ਨੇ, ਟਰੈਕਟਰ ਟਰਾਲੀਆਂ ਨੇ, ਤਾਂ ਉਹ ਲਗਾਈਆਂ ਗਈਆਂ ਨੇ। ਤਾਂ ਇਸ ਹਾਈਵੇ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ। ਸਾਹਮਣੇ ਬਿਲਕੁਲ ਤੁਸੀਂ ਦੇਖੋ ਕਿ ਇਹ ਜੋ ਸਾਹਮਣੇ ਇੱਕ ਪੁਲ ਨਜ਼ਰ ਆ ਰਿਹਾ, ਇਹ ਅੰਮ੍ਰਿਤਸਰ ਤੋਂ ਜੇਕਰ ਕਿਸੇ ਨੇ ਪਠਾਨਕੋਟ ਵਾਲੇ ਪਾਸੇ ਜਾਣਾ ਤਾਂ ਉਹ ਇਸ ਪੁਲ ਦਾ ਇਸਤੇਮਾਲ ਕਰਦਾ, ਔਰ ਜੇਕਰ ਸ਼ਹਿਰ ਦੇ ਵਿੱਚ ਐਂਟਰ ਨਹੀਂ ਹੋਣਾ ਤਾਂ ਬਾਈਪਾਸ ਰਾਹੀਂ ਤੁਸੀਂ ਸਿੱਧਾ ਅਟਾਰੀ ਬਾਰਡਰ ਵੱਲ ਜਾ ਸਕਦੇ। ਤਾਂ ਇੱਥੇ ਜਿਹੜਾ ਸਾਈਨ ਬੋਰਡ ਲੱਗਾ ਉਸ ਤੇ ਰਾਹੀਂ ਮੈਂ ਆਪਣੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਇੱਥੋਂ ਕਿਹੜੇ ਪਾਸੇ ਜਿਹੜੇ ਰਸਤੇ ਨੇ ਉਹ ਜਾਂਦੇ ਨੇ। ਜਿੱਥੇ ਇਸ ਵੇਲੇ ਮੈਂ ਖੜਾ, ਸਿੱਧੀ ਸੜਕ ਜਿਹੜੀ ਹੈ ਉਹ ਜਲੰਧਰ ਵਾਲੇ ਪਾਸੇ ਜਾਂਦੀ ਹੈ। ਜੇਕਰ ਅਸੀਂ ਇੱਥੋਂ ਖੱਬੇ ਵਾਲੇ ਪਾਸੇ ਮੁੜਦੇ ਆ ਤਾਂ ਬਟਾਲਾ, ਔਰ ਜਿਹੜੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਸ਼ਹਿਰ ਦੇ ਵਿੱਚ ਜੇਕਰ ਕਿਸੇ ਨੇ ਐਂਟਰ ਨਹੀਂ ਹੋਣਾ ਤਾਂ ਜੇਕਰ 에ਅਰਪੋਰਟ ਤੇ ਕੋਈ ਜਾਣਾ ਚਾਹੁੰਦਾ ਤਾਂ ਉਹ ਇਸ ਪੁਲ ਦਾ ਇਸਤੇਮਾਲ ਕਰ ਸਕਦਾ। ਇਸ ਦੇ ਨਾਲ ਹੀ ਇਸ ਪੁਲ ਦੇ ਰਾਹੀਂ ਵੀ ਜੇਕਰ ਤੁਸੀਂ ਹਵਾਈ ਅੱਡੇ ਵਾਲੇ ਪਾਸੇ ਜਾਂਦੇ ਹੋ ਤਾਂ ਫਤਿਹਗੜ੍ਹ ਚੂੜੀਆਂ ਰੋਡ ਦੇ ਉੱਪਰ ਜਿਹੜਾ ਪੁਲ ਹੈ ਉਸ ਨੂੰ ਬੰਦ ਕੀਤਾ ਗਿਆ। ਹੇਠਾਂ ਕਿਸਾਨ ਬੈਠੇ ਹੋਏ ਨੇ, ਉੱਪਰ ਪੁਲ ਦੇ ਉੱਪਰ ਕੁਝ ਨੌਜਵਾਨਾਂ ਵੱਲੋਂ ਟਰਾਲੀਆਂ ਟਰੈਕਟਰ ਲਗਾ ਕੇ ਉਸ ਸੜਕ ਨੂੰ ਬੰਦ ਕੀਤਾ। ਪਰ ਜਿਸ ਤਰ੍ਹਾਂ ਜੋ ਕਿਸਾਨ ਪਹਿਲੇ ਦਿਨ ਤੋਂ ਕਹਿ ਰਹੇ ਨੇ ਕਿ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਹੈ, ਜੇਕਰ ਕਿਸੇ ਨੇ ਕੋਈ ਹਸਪੀਟਲ ਜਾਣਾ ਹੈ, ਕਿਸੇ ਨੇ ਕੁਝ ਬਹੁਤ ਜ਼ਰੂਰੀ ਕੰਮ ਹੈ ਤਾਂ ਉਹਨਾਂ ਨੂੰ ਪੁੱਛਣ ਤੋਂ ਬਾਅਦ ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ ਹਟਾ ਕੇ ਰਸਤਾ ਦਿੱਤਾ ਜਾਂਦਾ। ਤਾਂ ਇਸ ਵੇਲੇ ਤੁਸੀਂ ਦੇਖੋ ਕਿ ਇਸ ਹਾਈਵੇ ਦੇ ਉੱਪਰ ਬਕਾਇਦਾ ਗੱਡੀਆਂ ਬਿਲਕੁਲ ਰਾਜੀਵ ਦਾ ਅਸਰ ਦੇਖਣ ਨੂੰ ਮਿਲ ਰਿਹਾ। ਅੰਮ੍ਰਿਤਸਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕਿਸਾਨ ਅੰਦੋਲਨ ਨੂੰ ਹੰਗਾਰਾ ਮਿਲ ਰਿਹਾ, ਔਰ ਪੂਰਨ ਤੌਰ ਦੇ ਉੱਪਰ ਅੰਮ੍ਰਿਤਸਰ ਦੇ ਵਿੱਚ ਥਾਂ ਦੇ ਉੱਪਰ ਜਿਹੜਾ ਹੈ ਉਹ ਟ੍ਰੈਫਿਕ ਜਾਮ ਕੀਤੀ ਹੋਈ ਹੈ। ਸਾਰੇ ਹੀ ਵੱਖ-ਵੱਖ ਸਮੁਦਾਇਆਂ ਦੇ ਵੱਲੋਂ ਇਸ ਨੂੰ ਸਮਰਥਨ ਦਿੱਤਾ ਜਾ ਰਿਹਾ। ਤਾਂ ਫਿਲਹਾਲ ਦੇ ਲਈ ਧੰਨਵਾਦ ਰਜੀਵ, ਪਰ ਤੁਸੀਂ ਬਣ ਰਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਹੁਣ ਚੱਲਦੇ ਹਾਂ ਸਿੱਧਾ ਬਰਨਾਲਾ ਤੋਂ ਖਬਰ ਮਿਲ ਰਹੀ ਹੈ। ਬਰਨਾਲਾ ਦੇ ਵਿੱਚ ਵੀ ਜਿਹੜਾ ਹੈ ਇਸ ਚੱਕਾ ਜਾਮ ਨੂੰ ਸਮਰਥਨ ਮਿਲ ਰਿਹਾ ਹੈ। ਤਾਂ ਪਲ ਦੀ ਖਬਰ ਤੁਹਾਨੂੰ ਦੇ ਰਹੇ ਹਾਂ। ਪੰਜਾਬ ਦੇ ਵਿੱਚ ਕਿੱਥੇ ਕੀ ਹਲਚਲ ਹੋ ਰਹੀ ਹੈ ਹੁਣ ਤੁਹਾਨੂੰ ਦਿਖਾਉਂਦੇ ਹਾਂ। ਬਰਨਾਲਾ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਮੇਨ ਬਾਜ਼ਾਰ ਤੋਂ ਲੈ ਕੇ ਬਰਨਾਲਾ ਚੰਡੀਗੜ੍ਹ ਰੋਡ ਦੀ ਗੱਲ ਹੋਵੇ, ਬਰਨਾਲਾ ਧਨੌਲਾ ਰੋਡ ਦੀ ਗੱਲ ਹੋਵੇ ਤਾਂ ਟ੍ਰੈਫਿਕ ਪ੍ਰਭਾਵਿਤ ਹੋਈ ਹੈ। ਤਾਂ ਬਰਨਾਲੇ ਦੇ ਵਿੱਚ ਸਦਰ ਬਾਜ਼ਾਰ ਤੋਂ ਲੈ ਕੇ ਚੰਡੀਗੜ੍ਹ ਰੋਡ ਹੋਵੇ ਜਾਂ ਫਿਰ ਧਨੌਲਾ ਰੋਡ ਹੋਵੇ ਤਾਂ ਸਾਰੇ ਪਾਸੇ ਹੀ ਟ੍ਰੈਫਿਕ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੈ। ਮੇਰੇ ਸਹਿਯੋਗੀ ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਵੀ ਜੁੜ ਚੁੱਕੇ ਨੇ। ਆਸ਼ੀਸ਼, ਖਬਰ ਆ ਰਹੀ ਸੀ ਕਿ ਬਰਨਾਲਾ ਦੇ ਵਿੱਚ ਵੱਡੇ ਪੱਧਰ ਉੱਪਰ ਟ੍ਰੈਫਿਕ ਜਾਮ ਹੈ, ਕੀ ਕੁਝ ਤਸਵੀਰਾਂ ਔਰ ਆਪਣੀ ਲੋਕੇਸ਼ਨ ਵੀ ਦੱਸਣ ਨਾਲ। ਜੀ ਪੁੱਲਰ, ਜਿਵੇਂ ਅੱਜ ਪੂਰੇ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ, ਅੱਜ ਉੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਿੱਧੇ ਸ਼ਹਿਰ ਦੀ ਸਾਰੀ ਸੜਕਾਂ ਜਾਮ ਕੀਤੀ ਗਈ ਹੈ। ਦਿਖਾਣਾ ਚਾਹੂੰਗਾ ਅਸੀਂ ਬਰਨਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਆ, ਵਿਖੇ ਜੋ ਗਰਾਹਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਇੱਥੇ ਤੇ ਭਾਰੀ ਕਿਸਾਨ ਇੱਥੇ ਬੈਠੇ ਨੇ, ਮਹਿਲਾਵਾਂ ਬੈਠੀਆਂ। ਜੇ ਗੱਲ ਕਰੀਏ ਜਿੱਥੇ ਇੱਕ ਪਾਸੇ ਦਿੱਲੀ ਵਿੱਚ ਮੋਰਚਾ ਜਾਰੀ ਹੈ, ਭਾਰੀ ਸੰਖਿਆ ਕਿਸਾਨ ਪਹੁੰਚੇ ਨੇ, ਉੱਥੇ ਅੱਜ ਪੰਜਾਬ ਦੇ ਹਰ ਸੜਕਾਂ ਤੇ ਵੀ ਭਾਰੀ ਸੰਖਿਆ ਵਿੱਚ ਕਿਸਾਨ ਦੇਖਣ ਨੂੰ ਮਿਲ ਰਹੇ ਨੇ। ਕਿਸਾਨ ਅੱਜ ਘਰੋਂ ਤੋਂ ਆਪਣੇ ਮਹਿਲਾਵਾਂ ਬੱਚਿਆਂ ਸਮੇਤ ਅੱਜ ਇਸ ਧਰਨੇ ਵਿੱਚ ਪਹੁੰਚੇ ਨੇ। ਇੱਥੇ ਕਿਸਾਨਾਂ ਦਾ ਭਾਰੀ ਸੰਖਿਆ ਵੀ ਇਕੱਠ ਦੇਖਣ ਨੂੰ ਮਿਲ ਰਿਹਾ। ਇੱਥੇ ਕੁਝ ਗੱਡੀਆਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਹੈ। ਸਾਡੇ ਕਿਸਾਨ ਆਗੂ ਨਾਲ ਵੀ ਗੱਲ ਕਰਾਂਗੇ। ਕ੍ਰਿਸ਼ਨ, ਜੇ ਅੱਜ ਗੱਲ ਕਰੀਏ ਅੱਜ ਜਿਹੜੇ ਇਕੱਠ ਰੱਖਿਆ, ਕਿਹੜੀ ਗੱਡੀਆਂ ਨੂੰ ਅੱਜ ਛੱਡਿਆ ਜਾ ਰਿਹਾ, ਕਿੱਥੇ ਅੱਜ ਜਾਮ ਲਾਏ ਗਏ ਨੇ? ਸਾਡੇ ਤੋਂ ਚਾਹ ਤੋਂ ਪਹਿਲਾਂ ਤਾਂ ਜੋ ਮਰੀਜ਼ ਵਾਲੀ ਗੱਡੀ ਹੈ, ਐਂਬੂਲੈਂਸ ਹੈ, ਕੋਈ ਚਾਹੇ ਬਿਨਾਂ ਐਂਬੂਲੈਂਸ ਤੋਂ ਮਰੀਜ਼ ਹੈ, ਅਸੀਂ ਉਹ ਧਿਆਨ 'ਚ ਰੱਖਿਆ ਪਿਆ। ਸਭ ਤੋਂ ਪਹਿਲ ਦੇ ਆਧਾਰ ਤੇ ਉਹਨੂੰ ਲੰਘਾਉਣੇ ਆ, ਕੋਈ ਬਰਾਤ ਆ ਉਹਨੂੰ ਲੰਘਾਉਣੇ ਆ, ਕੋਈ ਭੋਗ ਤੇ ਜਾਂਦਾ ਉਹਨੂੰ ਲੰਘਾਉਣੇ ਆ, ਕੋਈ ਬੱਚਿਆਂ ਵਾਲੀ ਗੱਡੀ ਹੈ, ਸਕੂਲ ਵੈਨ ਹੈ ਉਹਨੂੰ ਲੰਘਾਉਣੇ ਆ, ਹੋਰ ਕਿਸੇ ਨੂੰ ਇਜਾਜ਼ਤ ਨਹੀਂ। ਜਿਹੜਾ ਪੂਰਾ ਭਾਰਤ ਬੰਦ ਹੈ, ਅੱਜ ਸਾਨੂੰ ਭਰਵਾਂ ਹੰਗਾਰਾ ਮਿਲ ਰਿਹਾ ਸਾਡੇ ਦੁਕਾਨ ਦੇ ਔਰ ਵੀਰਾਂ ਕੰਨੀਓ, ਸਾਡੇ ਬਿਜਲੀ ਬੋਰਡ ਕੰਨੀਓ, ਸਾਡੇ ਪੈਟਰੋਲ ਪੰਪ ਵਾਲੇ ਵੀਰਾਂ ਕੰਨੀਓ। ਅੱਜ ਪੂਰਾ ਬੰਦ ਦੇ ਸਰਬੱਤਨ 'ਚ ਸਾਰੇ ਲੋਕ ਉਤਰੇ ਹੋਏ ਨੇ। ਲੋਕਾਂ ਨੂੰ ਪਤਾ ਹੈ ਅੱਜ ਵੀ ਜਿਹੜੀ ਕਿਸਾਨੀ ਹੈ ਇਹ ਇੱਕ ਰੀਲ ਦੀ ਹੱਡੀ ਹੈ। ਜੇ ਕਿਸੇ ਦੀ ਰੀਲ ਦੀ ਹੱਡੀ ਟੁੱਟ ਗਈ ਅੱਜ ਤਾਂ ਅੱਗੇ ਦੇਸ਼ ਤੋਂ ਵਧਿਆ ਨਹੀਂ ਜਾਣਾ। ਜਿਹੜਾ ਮੋਦੀ ਹਲੇ ਇਹ ਚੀਜ਼ ਸੋਚਦਾ ਸੀ, ਕਹਿੰਦਾ ਸੀ ਪੰਜਾਬ 'ਚ ਅੱਤਵਾਦੀ ਨੇ, ਇਹ ਨਕਸਲਵਾੜੀਏ ਨੇ, ਅੱਜ ਮੋਦੀ ਨੂੰ ਦਿਖਾਤਾ ਜਿਹੜੇ ਬਾਕੀ ਦੇ ਸੂਬਿਆਂ ਨੇ ਸਾਡੀ ਹਮਾਇਤ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਸਾਡੇ ਵੱਡੇ ਭਰਾਵਾਂ ਨੇ ਜੇ ਅੱਜ ਪਾਨਾਂ ਦਾ ਬੀੜਾ ਚੱਕ ਲਿਆ ਦਿੱਲੀ ਨੂੰ ਪਹੁੰਚ ਗਏ, ਤਾਂ ਜੇ ਇਹਨਾਂ ਨੇ ਖਰੀਦ ਸਰਕਾਰੀ ਰੱਖੀ ਹੈ, ਜੇ ਅੱਜ ਕਣਕ ਤੇ ਝੋਨੇ ਦੀ ਜਿਹੜੀ ਖਰੀਦ ਹੈ ਉਹ ਸਰਕਾਰੀ ਹੈ, ਉਹ ਸਿਰਫ ਹਰਿਆਣੇ ਤੇ ਪੰਜਾਬ ਦੇ ਵਿੱਚ ਹੈ। ਉਹਨਾਂ ਨੂੰ ਅਸੀਂ ਐਂ ਦਿਖਾਤਾ ਵੀ ਅਸੀਂ ਐਜ ਲੋਟ ਰੱਖੀ ਹੈ, ਐ ਲੜ ਕੇ ਰੱਖੀ ਹੈ। ਅੱਜ ਉਹ ਸੂਬੇ ਝਾਰਖੰਡ ਹੋਵੇ, ਯੂਪੀ ਹੋਵੇ, ਮੱਧ ਪ੍ਰਦੇਸ਼ ਹੋਵੇ, ਅੱਜ ਸਾਰੇ ਸਾਡੇ ਮਗਰ ਚੱਲੇ ਹੋਏ ਨੇ ਵੀ ਸਾਡੇ ਵੱਡੇ ਭਰਾਵਾਂ ਨੇ ਉਹਨਾਂ ਨੇ ਫੈਸਲਾ ਕਰਨਾ, ਅਸੀਂ ਉਹਨਾਂ ਦੇ ਨਾਲ ਖੜੇ ਹਾਂ।
ਅਸੀਂ 5 ਕਾਨੂੰਨ ਰੱਦ ਕਰਾਉਣੇ ਆ ਮੋਦੀ ਤੋਂ। ਐਮਐਸਸੀ ਜਿਹੜੀ ਅੱਜ 22 ਚੀਜ਼ਾਂ ਤੇ ਬੰਦ ਹੈ ਸਾਡਾ ਰੇਟ, ਪਰ ਦਿੱਤਾ ਸਾਨੂੰ ਕਣਕ ਤੇ ਝੋਨੇ ਤੇ ਜਾਂਦਾ। ਅੱਜ 22 ਚੀਜ਼ਾਂ ਦੀ ਅਸੀਂ ਐਮਐਸਸੀ ਉਹ ਲੈ ਕੇ ਆਉਣੀ, ਉਹਦੀ ਗਾਰੰਟੀ ਲੈ ਕੇ ਆਉਣੀ ਹੈ ਵੀ ਜਿਹੜੀ ਐਮਐਸਸੀ ਬੰਦ ਸੀ ਉਹ ਤੋਂ ਕੋਈ ਘੱਟ ਕੇ ਖਰੀਦੇ। ਜੇ ਗੱਲ ਕਰੀਏ ਅੱਜ ਜਿੱਥੇ ਦਿੱਲੀ ਬਾਰਡਰ ਤੇ ਵੀ ਭਾਰੀ ਸੰਖਿਆ ਵਿੱਚ ਕਿਸਾਨ ਇਕੱਠੇ ਨੇ, ਅੱਜ ਸੜਕਾਂ ਜਾਮ ਕੀਤੀ, ਕਿਹੜੀ ਸੜਕਾਂ ਜਾਮ ਕੀਤੀਆਂ ਗਈਆਂ ਤੇ ਅੱਜ ਕਿੰਨੇ ਕੁ ਭਾਰੀ ਸੰਖਿਆ 'ਚ ਕਿਸਾਨ ਤੇ ਬਾਕੀ ਵਪਾਰੀ ਨਾਲ ਖੜੇ ਨੇ? ਦੇਖੋ ਜਿਹੜੀਆਂ ਮੇਨ ਹਾਈਵੇ ਨੇ, ਜਿਵੇਂ ਆ ਬਠਿੰਡਾ ਤੇ ਚੰਡੀਗੜ੍ਹ ਮੇਨ ਹਾਈਵੇ ਆ, ਬਾਕੀ ਹੋਰ ਵੀ ਆ ਸਾਰੇ ਇੱਧਰ ਲੁਧਿਆਣਾ ਜਲੰਧਰ ਸਾਰਿਆਂ ਨੂੰ ਜੋੜਦਾ ਇਹ ਚੰਡੀਗੜ੍ਹ ਨਾਲ। ਇਹ ਅਸੀਂ ਜਾਮ ਕੀਤੇ ਆ। ਬਾਕੀ ਥਾਂ ਥਾਂ ਤੇ ਹਰੇਕ ਥਾਂ ਤੇ ਅਗਰਾਹਾਂ ਵੱਲੋਂ ਧਰਨੇ ਦਿੱਤੇ ਆ, ਬਾਕੀ ਜਥੇਬੰਦੀਆਂ ਵੱਲੋਂ ਵੀ ਦਿੱਤੇ ਆ। ਜਿੱਥੇ ਦਿੱਲੀ 'ਚ ਵੱਡਾ ਇਕੱਠ ਕਰਕੇ ਅਸੀਂ ਦਿਖਾਇਆਗਾ ਜਿਹੜੀ ਮੋਦੀ ਸਰਕਾਰ ਆ, ਜਿਹੜੀ ਪਹਿਲਾਂ ਖੱਟਰ ਸਰਕਾਰ ਕਹਿੰਦੀ ਸੀ ਵੀ ਅਸੀਂ ਇਹਨੂੰ ਹਰਿਆਣੇ ਤੋਂ ਜਿਹੜੀ ਲੰਘਣ ਦਿੰਦੇ, ਅੱਜ ਹਰਿਆਣਾ ਸਰਕਾਰ ਦੀ ਤੁਸੀਂ ਸਥਿਤੀ ਦੇਖ ਲਓ। ਜਿਹੜੀ ਉਹ ਸਰਕਾਰ ਆ ਉਹ ਡਿੱਗਣ ਤੇ ਆਈ ਹੋਈ ਆ। ਬਾਕੀ ਇੱਥੇ ਤੁਸੀਂ ਇਕੱਠ ਦੇਖ ਸਕਦੇ ਹੋ ਹਰੇਕ ਧਰਨੇ ਤੇ, ਜਿੱਥੇ ਲੋਕ ਵੱਡੀ ਗਿਣਤੀ 'ਚ ਦਿੱਲੀ ਲੱਖਾਂ ਦੀ ਗਿਣਤੀ 'ਚ ਪਹੁੰਚੇ ਨੇ, ਇੱਥੇ ਵੀ ਸਾਡੇ ਧਰਨਿਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਨੇ। ਸੋ ਸਾਰੀਆਂ ਜਿਹੜੇ ਵਪਾਰਕ ਮੰਡਲ ਨੇ, ਚਾਹੇ ਉਹ ਟਰਾਂਸਪੋਰਟ ਯੂਨੀਅਨ ਹੋਵੇ, ਚਾਹੇ ਉਹ ਬਿਜਲੀ ਮੁਲਾਜ਼ਮ ਹੋਣ, ਚਾਹੇ ਉਹ ਕੋਈ भी ਹੋਰ भी। 6 महीने में एक मीटिंग का प्रावधान है। कोविड के कारण से 1-1.5 महीना लेट हुई है। पिछली मीटिंग फरवरी में हुई थी और इस बार की मीटिंग अब दिसंबर में हो रही है। जितने भी इश्यूज पिछली मीटिंग में थे उनके ऊपर जो एक्शन टेकन रिपोर्ट वो सारी चर्चा की गई। जहाँ कहीं प्रोग्रेस थी वो सारी प्रोग्रेस बताई गई है और जहाँ उसको स्पीड अप करने की बात आई है वो सारा विषय भी हुआ है। मुख्य जो बिंदु आज की मीटिंग में नए एजेंडे के रूप में या पिछले जो चल रहे हैं उसके अंदर जो आए हैं कि एक तो उसके अंदर हीरो होंडा चौक से और उमंग भारद्वाज चौक तक जो रोड की वाइडनिंग है उसमें ये 30 मीटर से 60 मीटर होगी, लगभग 2.4 किलोमीटर का ये है। 200 करोड़ रुपए का ये प्रोजेक्ट है। एक इसके बाद बजट के ऊपर भी चर्चा हुई। इस बजट में पिछली बार जो रिसीट एंड एक्सपेंडिचर का जो लेखा जोखा वो रखा गया है तो उसमें 202 करोड़ रुपए की इनकम हुई है जीएमडीए को, 223 करोड़ रुपए का खर्च हुआ है, तो 21 करोड़ रुपए का लॉस है जो बजट में से इसको पूरा किया जाएगा। ऐसे ही जो रेवेन्यू जनरेशन और कैसे बढ़े, क्योंकि जीएमडी का जितना रेवेन्यू बढ़ेगा उतने उसमें एक्सपेंडिचर आगे की योजनाओं में बढ़ने वाले हैं। तो जो स्टैंप ड्यूटी के 2% का पैसा पहले लिया जाता था यूएलबी के द्वारा, अब उसमें से 1% जो है जीएमडी को मिलेगा और 1% यूएलबी को मिलेगा। इसका भी बंटवारा किया है। प्रपोजल और भी है कि कुछ और टैक्सेस जितने हैं उनके ऊपर कोई सेस लगाया जाए ताकि इसमें से कुछ इनकम को बढ़ाया जाए। सीपीआर के साथ एक ड्रेन का प्रपोजल ये बना है, वो हमने नेशनल हाईवे अथॉरिटी को दिया है तो उन्होंने स्वीकार कर लिया। उसके ऊपर भी 135 करोड़ रुपए की कॉस्ट आएगी। सीपीआर के साथ एक नई ड्रेन बनेगी जो बाद में अंत में नजफगढ़ झील के अंदर ही टर्मिनेट होगी। मेडिकल कॉलेज शीतला माता मेडिकल कॉलेज। ਅਗਲੀ ਵੱਡੀ ਖਬਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਜੁੜੀ ਹੋਈ ਹੈ। ਤਾਂ ਇੱਕ ਪਾਸੇ ਭਾਰਤ ਬੰਦ ਚੱਲ ਰਿਹਾ, ਉਧਰੋਂ ਖੇਤੀਬਾੜੀ ਮੰਤਰੀ ਦੀ ਸਟੇਟਮੈਂਟ ਜਿਹੜੀ ਉਹ ਬਹੁਤ ਮਾਇਨੇ ਰੱਖਦੀ ਹੈ ਔਰ ਖੇਤੀਬਾੜੀ ਮੰਤਰੀ ਤੋਮਰ ਦਾ ਬਿਆਨ ਸਾਹਮਣੇ ਆਇਆ ਹੈ। ਉਹ ਕਹਿੰਦੇ ਨੇ ਕਿ ਇਹ ਭਾਰਤ ਬੰਦ ਨਹੀਂ, ਰਾਜਨੀਤਿਕ ਬੰਦ ਹੈ। ਕਿਸਾਨਾਂ ਦੇ ਨਾਮ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਵਿਰੋਧੀ ਆਪਣੇ ਗਿਰੀਵਾਨ ਦੇ ਵਿੱਚ ਝਾਕਣ ਔਰ ਸਰਕਾਰ ਕਿਸਾਨਾਂ ਦੇ ਨਾਲ ਗੱਲ ਕਰ ਰਹੀ ਹੈ। ਉਮੀਦ ਹੈ ਕਿ ਜਲਦ ਕੋਈ ਹੱਲ ਨਿਕਲੇਗਾ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਆਇਆ ਹੈ। ਕਿਸਾਨਾਂ ਦੇ ਨਾਂ ਤੇ ਸਿਆਸਤ ਹੋ ਰਹੀ ਹੈ ਔਰ ਸਿਆਸੀ ਪਾਰਟੀਆਂ ਰਾਜਨੀਤੀ ਕਰ ਰਹੀਆਂ ਨੇ। ਵਿਰੋਧੀਆਂ ਤੇ ਖੇਤੀਬਾੜੀ ਮੰਤਰੀ ਨਿਸ਼ਾਨਾ ਸਾਧਦੇ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਤੁਹਾਡੀਆਂ ਨੀਤੀਆਂ ਕਰਕੇ ਹੀ ਕਿਸਾਨਾਂ ਦੀ ਇਹ ਹਾਲਤ ਹੈ। ਪ੍ਰਧਾਨ ਮੰਤਰੀ ਖੇਤੀ ਨੂੰ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਸਾਨਾਂ ਦੇ ਨਾਲ ਸੁਖਾਵੇਂ ਮਾਹੌਲ ਦੇ ਵਿੱਚ ਗੱਲ ਹੋ ਰਹੀ ਹੈ। ਭਰੋਸਾ ਦਿੰਦਾ ਹਾਂ ਗੱਲਬਾਤ ਦੇ ਨਾਲ ਰਸਤਾ ਜ਼ਰੂਰ ਨਿਕਲੇਗਾ। ਤੇ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਇਹ ਗੱਲ ਕਰ ਰਹੇ ਨੇ ਤਾਂ ਉਸ ਤੋਂ ਪਹਿਲਾਂ ਅੱਜ ਹੀ ਸਵੇਰੇ ਪ੍ਰਕਾਸ਼ ਜਾਵੜੇਕਰ ਜੋ ਕਿ ਇੱਕ ਹੋਰ ਕੇਂਦਰੀ ਮੰਤਰੀ ਨੇ, ਉਹਨਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਇਸ ਵੇਲੇ ਵਿਰੋਧੀ ਦਲਾਂ ਸਿਰਫ ਰਾਜਨੀਤੀ ਕਰ ਰਹੀਆਂ ਨੇ। ਔਰ ਇਸ ਤੋਂ ਪਹਿਲਾਂ ਬੀਤੇ ਦਿਨ ਯੂਨੀਅਨ ਲਾਅ ਮਿਨਿਸਟਰ ਰਵਿਸ਼ੰਕਰ ਪ੍ਰਸਾਦ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਸਿਰਫ ਵਿਰੋਧੀ ਦਲ ਜਿਹੜੇ ਨੇ ਉਹ ਇਸ ਵੇਲੇ ਰਾਜਨੀਤੀ ਕਰ ਰਹੇ ਨੇ ਔਰ ਉਹਨਾਂ ਦਾ ਦੋਗਲਾ ਚਿਹਰਾ ਜਿਹੜਾ ਹੈ ਉਹ ਸਾਹਮਣੇ ਨਿਕਲ ਕੇ ਆ ਰਿਹਾ ਹੈ। ਇਸ ਮਾਮਲੇ ਤੇ ਵਧੇਰੇ ਜਾਣਕਾਰੀ ਵਾਸਤੇ ਮੇਰੇ ਸਹਿਯੋਗੀ ਪੰਕਜ ਸਾਡੇ ਨਾਲ ਜੁੜੇ ਹੋਏ ਨੇ। ਪੰਕਜ, ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਹੁਣ ਇਹ ਸਟੇਟਮੈਂਟ ਸਾਹਮਣੇ ਆਈ ਹੈ। ਉਹ ਕਹਿ ਰਹੇ ਨੇ ਕਿ ਇਹ ਭਾਰਤ ਨਹੀਂ ਬਲਕਿ ਰਾਜਨੀਤਿਕ ਬੰਦ ਹੈ। ਕੀ ਕੁਝ ਕਹਿਣਾ ਹੈ ਤੁਹਾਡਾ? ਕੀ ਕੁਝ ਅਪਡੇਟ ਤੁਹਾਡੇ ਕੋਲ?
ਬਿਲਕੁਲ ਕੱਲ ਨਵਜੋਤ ਇੱਕ ਅਹਿਮ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਫੈਸਲਾ ਹੋਣਾ ਹੈ ਕਿ ਕਾਨੂੰਨ ਵਾਪਸ ਹੋਣਗੇ ਜਾਂ ਨਹੀਂ ਹੋਣਗੇ। ਲੇਕਿਨ ਉਸ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਜੋ ਸਟੇਟਮੈਂਟ ਆਈ ਹੈ ਉਸ ਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਉਹਨਾਂ ਨੇ ਬਕਾਇਦਾ ਤੌਰ ਤੇ ਹਵਾਲਾ ਦਿੱਤਾ ਹੈ ਸ਼ਰਦ ਪਵਾਰ ਦੀ ਉਸ ਚਿੱਠੀ ਦਾ। ਸ਼ਰਦ ਪਵਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਐਨਸੀਪੀ ਦੀ ਪਾਰਟੀ ਤੋਂ ਆਉਂਦੇ ਨੇ, ਮਹਾਰਾਸ਼ਟਰ ਦੇ ਵਿੱਚ ਇੱਕ ਵੱਡਾ ਚਿਹਰਾ ਨੇ, ਖੇਤੀਬਾੜੀ ਮੰਤਰੀ ਸੀਗੇ ਜਦੋਂ ਯੂਪੀਏ ਦੀ ਸਰਕਾਰ ਦੇ ਵਿੱਚ। ਉਸ ਵੇਲੇ ਉਹ ਇਹਨਾਂ ਕਾਨੂੰਨਾਂ ਦਾ ਹਿਮਾਇਤ ਕਰਦੇ ਹੋਏ ਨਜ਼ਰ ਆਉਂਦੇ ਸੀਗੇ। ਇਹ ਵੀ ਲਗਾਤਾਰ ਬੀਜੇਪੀ ਦੇ ਆਗੂ, ਕੇਂਦਰ ਸਰਕਾਰ ਦੇ ਕਈ ਸਾਰੇ ਮੰਤਰੀ ਕਹਿ ਰਹੇ ਨੇ ਕਿ ਇਹੀ ਵਿਪਕਸ਼ ਜਦੋਂ ਯੂਪੀਏ ਦੀ ਸਰਕਾਰ ਸੀਗੀ ਉਸ ਵੇਲੇ ਇਹਨਾਂ ਕਾਨੂੰਨਾਂ ਦਾ ਹਿਮਾਇਤ ਕਰਦੇ ਹੋਏ ਨਜ਼ਰ ਆਉਂਦੇ ਸੀਗੇ। ਔਰ ਅੱਜ ਰਾਜਨੀਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਔਰ ਕਿਉਂਕਿ ਬੀਜੇਪੀ ਨੂੰ ਛੱਡ ਕੇ तमाम ਸਾਰੀ ਸਿਆਸੀ ਪਾਰਟੀਆਂ, ਚਾਹੇ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਐਨਐਸਪੀ ਹੋਵੇ, ਚਾਹੇ ਸ਼ਿਵ ਸੈਨਾ ਹੋਵੇ, ਸਾਰੀ ਪਾਰਟੀਆਂ ਨੇ ਭਾਰਤ ਬੰਦ ਦੀ ਹਿਮਾਇਤ ਕੀਤੀ ਔਰ ਇਹ ਕਿਹਾ ਕਿ ਭਾਰਤ ਬੰਦ ਕਿਸਾਨਾਂ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਕੇ ਨਜ਼ਰ ਆ ਰਹੀਆਂ। ਤਾਂ ਅਜਿਹੇ ਜੋ ਹੁਣ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਦੇ ਉੱਤੇ ਸਿਆਸਤ ਜਿਹੜੀ ਹੈ ਉਹ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ। ਇਹ ਮੈਂ ਇਸ ਵੇਲੇ ਸਿੰਘੂ ਬਾਰਡਰ ਤੇ ਖੜਾ ਔਰ ਇੱਥੇ ਲਗਭਗ 10 ਕਿਲੋਮੀਟਰ ਤੱਕ ਦਾ ਜਿਹੜਾ ਵਾ ਕਾਫਲਾ ਨਜ਼ਰ ਆਉਂਦਾ ਵਾ। ਇੱਥੇ ਬਹੁਤ ਸਾਰੇ ਕਿਸਾਨ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਉਹ ਇਸ ਖੇਤੀਬਾੜੀ ਮੰਤਰੀ ਦੀ ਸਟੇਟਮੈਂਟ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ, ਉਹ ਭਾਰਤ ਬੰਦ ਦੀ ਕੋਲ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ। ਇੱਥੇ ਤਸਵੀਰਾਂ ਮੈਂ ਲਗਾਤਾਰ ਦਿਖਾ ਰਿਹਾ ਕਿ ਮਹਿਲਾਵਾਂ ਵੀ ਨੇ, ਬਜ਼ੁਰਗ ਵੀ ਨੇ, ਬੱਚੇ ਵੀ ਨੇ, ਸਾਰਿਆਂ ਨਾਲ ਗੱਲਬਾਤ ਕਰਦੇ ਆ। ਖੇਤੀਬਾੜੀ ਮੰਤਰੀ ਨਾਲ ਕੱਲ ਮੀਟਿੰਗ ਹੋਣੀ ਹੈ, ਕੱਲ ਅਹਿਮ ਮੀਟਿੰਗ ਹੈ। ਉਸ ਤੋਂ ਪਹਿਲਾਂ ਅੱਜ ਭਾਰਤ ਬੰਦ ਹੈ ਔਰ ਖੇਤੀਬਾੜੀ ਮੰਤਰੀ ਕਹਿ ਰਹੇ ਨੇ ਕਿ ਇਸ ਤੇ ਰਾਜਨੀਤੀ ਹੋ ਰਹੀ ਹੈ, ਸਿਆਸੀ ਪਾਰਟੀਆਂ ਰਾਜਨੀਤੀ ਕਰ ਰਹੀਆਂ ਨੇ। ਕੋਈ ਰਾਜਨੀਤੀ ਨਹੀਂ ਹੋਣ ਡਈ। ਤੁਸੀਂ ਵੇਖ ਸਕਦੇ ਜੇ ਕਿ ਆਪਣੇ ਆਸ-ਪਾਸ ਸਾਰੇ ਕਿਸਾਨ ਹੀ ਆ। ਅਸੀਂ ਜ਼ਿਆਦਾ ਇੰਟਰਨੈਟ ਨਹੀਂ ਚੱਲ ਰਿਹਾ ਇੱਥੇ, ਸਾਨੂੰ ਨਹੀਂ ਪਤਾ ਲੱਗਦਾ ਖਬਰਾਂ ਦਾ। ਸਾਨੂੰ ਬੇਸਿਕਲੀ ਅਸੀਂ ਗਰਾਊਂਡ ਤੇ ਇੱਥੇ, ਸਾਨੂੰ ਇੱਥੋਂ ਦਾ ਪਤਾ। ਕੋਈ ਵੀ ਰਾਜਨੀਤੀ ਨਹੀਂ ਹੋਣ ਡਈ। ਅਸੀਂ 10 ਦਿਨ ਤੋਂ ਡਟੇ ਹੋਏ ਇੱਥੇ। ਜੇ ਰਾਜਨੀਤੀ ਹੁੰਦੀ ਹੋਵੇ ਤਾਂ ਸਟੇਜ ਦੇ ਉੱਤੇ ਬਿਲਕੁਲ ਰਾਜਨੀਤਿਕ ਪਾਰਟੀਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਹੁਣ ਤਾਂ ਕੋਈ ਵੀ ਰਾਜਨੀਤਿਕ ਪਾਰਟੀ ਸਟੇਜ ਤੇ ਨਹੀਂ ਬੋਲੀ, ਉਹ ਸਿਰਫ ਉੱਥੇ ਬਹਿ ਕੇ ਸੁਣ ਸਕਦੀ ਹੈ। ਬੋਲਦੇ ਸਿਰਫ ਕਿਸਾਨ ਔਰ ਕਿਸਾਨ ਧਿਰਾਂ ਦੀ ਗੱਲ ਕਰ ਰਹੇ ਆ। ਨਵਜੋਤ, ਇੱਕ ਵੱਡੀ ਗੱਲ ਇਹਨਾਂ ਨੇ ਕਹੀ ਕਿ ਸਟੇਜ ਦੇ ਉੱਤੇ ਕੋਈ ਵੀ ਰਾਜਨੀਤਿਕ ਪਾਰਟੀ, ਚਾਹੇ ਕਾਂਗਰਸ ਦੇ ਲੀਡਰ ਆਣਾ ਚਾਹਣ, ਚਾਹੇ ਆਮ ਆਦਮੀ ਪਾਰਟੀ ਦੇ ਲੀਡਰ ਆਣਾ ਚਾਹਣ, ਉਹਨਾਂ ਨੂੰ ਸਟੇਜ ਦੇ ਉੱਤੇ ਨਹੀਂ ਬੈਠਣ ਦਿੱਤਾ ਜਾਂਦਾ, ਕੁਝ ਵੀ ਬੋਲਣ ਨਹੀਂ ਦਿੱਤਾ ਜਾਂਦਾ। ਔਰ ਇਹਨਾਂ ਨੇ ਕਿਹਾ ਕਿ ਰਾਜਨੀਤੀ ਨਹੀਂ ਹੋ ਰਹੀ। ਔਰ ਤਸਵੀਰਾਂ ਤੁਸੀਂ ਦੇਖੋ, ਜਿੱਥੇ ਤੱਕ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਣਗੇ। ਔਰ ਇਸ ਬਿਆਨ ਇਸ ਕਰਕੇ ਵੀ ਸਮਝਣ ਦੀ ਜ਼ਰੂਰਤ ਹੈ ਕਿ ਕੱਲ ਮੀਟਿੰਗ ਹੋਣੀ ਹੈ ਖੇਤੀਬਾੜੀ ਮੰਤਰੀ ਦੇ ਨਾਲ। ਕਿਸਾਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਯੈਸ ਔਰ ਨੋ, ਕਾਨੂੰਨ ਵਾਪਸ ਲਓਗੇ ਤਾਂ ਅਸੀਂ ਵਾਪਸ ਚਲੇ ਜਾਵਾਂਗੇ, ਨਹੀਂ ਤਾਂ ਅਸੀਂ ਇੱਥੇ ਇਸੇ ਤਰੀਕੇ ਨਾਲ ਡਟੇ ਹੋਏ ਹਾਂ। ਔਰ ਉਸ ਵੇਲੇ ਖੇਤੀਬਾੜੀ ਮੰਤਰੀ ਦੀ ਇਹ ਸਟੇਟਮੈਂਟ ਆਣੀ, ਉਸ ਵੇਲੇ ਇਹ ਕਹਿਣਾ ਕਿ ਰਾਜਨੀਤੀ ਹੋ ਰਹੀ ਹੈ, ਇਸ ਦੇ ਪਿੱਛੇ ਸਿਆਸੀ ਪਾਰਟੀਆਂ ਨੇ, ਸਿਆਸੀ ਪਾਰਟੀਆਂ ਸਪੋਰਟ ਜ਼ਰੂਰ ਕਰ ਰਹੀਆਂ ਨੇ, ਲੇਕਿਨ ਕਿਤੇ ਨਾ ਕਿਤੇ ਮਸਲਾ ਕਿਸਾਨੀ ਤੋਂ ਹਟ ਕੇ ਰਾਜਨੀਤੀ ਵਾਲੇ ਪਾਸੇ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ। ਔਰ ਇੱਥੇ ਕਿਸਾਨ ਜਿਹੜੇ ਨੇ ਇਸ ਤਰੀਕੇ ਦੇ ਬਿਆਨ ਦਾ ਵਿਰੋਧ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਇਸ ਤਰੀਕੇ ਨਾਲ ਬਿਆਨ ਜਿਹੜਾ ਉਹ ਨਹੀਂ ਦੇਣਾ ਚਾਹੀਦਾ। ਕਿਸ ਤਰੀਕੇ ਨਾਲ ਦੇਖਦੇ ਜਦੋਂ ਖੇਤੀਬਾੜੀ ਮੰਤਰੀ ਕਹਿ ਰਹੇ ਕਿ ਭਾਰਤ ਬੰਦ ਦੇ ਪਿੱਛੇ ਰਾਜਨੀਤੀ ਹੋ ਰਹੀ ਹੈ, ਸਿਆਸੀ ਪਾਰਟੀਆਂ ਆਪਣਾ ਫਾਇਦਾ ਸੋਚ ਰਹੀਆਂ ਨੇ? ਇਹੋ ਹੀ ਸੋਚਦੇ ਆ ਵੀ ਅਸੀਂ ਹੱਥ ਜੋੜ ਕੇ ਉਹਦੇ ਗਾੜੀ ਬੇਨਤੀ ਕਰਦੇ ਆ ਵੀ ਸਾਡੀ ਮਿਹਨਤ ਮੰਨ ਲੈ ਤੇ ਸਾਨੂੰ ਨਾ ਖਰਾਬ ਕਰ ਤੇ ਨਾ ਆਪ ਖਰਾਬ ਹੋ, ਨਹੀਂ ਤਾਂ ਅਸੀਂ ਤਾਂ ਮੌਤ ਦੇ ਫੰਦੇ ਬੰਨ ਕੇ ਸਿਰ ਤੇ ਆਏ। ਅਸੀਂ ਆਰ ਪਾਰ ਦੀ ਲੜਾਈ ਕਰਕੇ ਜਾਵਾਂਗੇ। ਅਸੀਂ ਮੌਤ ਦੇ ਖੱਫੜ ਬੰਨ ਕੇ ਆਏ ਆ। ਅਸੀਂ ਇਤਨਾ ਵਾਪਸ ਨਹੀਂ ਜਾਵਾਂਗੇ, ਭਾਵੇਂ ਅੱਜ ਕਰ ਲੈ ਤੇ ਭਾਵੇਂ ਕੱਲ ਕਰ ਲੈ। ਕਿੰਨੀਆਂ ਉਮੀਦਾਂ ਕੱਲ ਦੀ ਮੀਟਿੰਗ ਤੋਂ? ਕੱਲ ਅਹਿਮ ਮੀਟਿੰਗ ਹੋਣੀ ਹੈ। ਸਾਨੂੰ 100% ਹੀ ਉਮੀਦ ਹੈ ਵੀ ਸਾਡਾ ਫਤਿਹ ਮੋਰਚਾ ਹੋਏਗਾ ਹੀ ਹੋਏਗਾ ਜੀ। ਇਹ ਨਹੀਂ ਗਾ ਵੀ ਅਸੀਂ ਕੱਲ, ਜੇ ਕੱਲ ਨਾ ਹੋਇਆ ਤਾਂ ਪਰਸੋਂ ਹੋ ਜਾਏਗਾ। ਕਿੰਨੀਆਂ ਕੁ ਮੀਟਿੰਗਾਂ ਕਰ ਲੂਗਾ। ਤੇ ਇੱਕ ਚੀਜ਼ ਹੋਰ ਸਮਝਣ ਦੀ ਜ਼ਰੂਰਤ ਹੈ, ਜਦੋਂ ਵੀ ਚੋਣਾਂ ਆਉਂਦੀਆਂ ਸਾਰੀ ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਲ ਕਿਤੇ ਨਾ ਕਿਤੇ ਹਮਦਰਦੀ ਜਤਾਉਂਦੀਆਂ ਨੇ। ਲੱਗਦਾ ਕੋਈ ਸਿਆਸੀ ਪਾਰਟੀ ਖੜੀ ਹੁੰਦੀ ਜਾਂ ਹਰ ਪਾਸੇ ਸਿਆਸਤ ਹੀ ਹੁੰਦੀ ਹੈ, ਕੋਈ ਵੀ ਪਾਰਟੀ ਹੋਵੇ? ਹੁਣ ਜੀ ਹੁਣ ਨਹੀਂ ਸਿਆਸਤ ਹੋ ਰਹੀ। ਜਿੱਦਣ ਇੱਥੋਂ ਅਸੀਂ ਫਤਿਹ ਮੋਰਚਾ ਕਰਕੇ ਗਏ, ਜਿੱਤ ਕੇ ਗਏ, ਉਦੋਂ ਸਿਆਸਤ ਉਸੇ ਵੇਲੇ ਹੋਣੀ ਸ਼ੁਰੂ ਹੋ ਜਾਣੀ ਆ। ਉਦੋਂ ਕਿਸੇ ਨੇ ਕਿਸੇ ਨੂੰ ਪਾਉ ਫੜਨਾ, ਕਿਸੇ ਨੇ ਕਿਸੇ ਨੂੰ ਪਾਉ ਫੜਨਾ। ਤੁਸੀਂ ਕੀ ਕਰ ਰਹੇ ਹੋ? ਅਸੀਂ ਇਹੋ ਕਹਿੰਦੇ ਆ ਵੀ ਜਿਹੜੀ ਸਿਆਸੀ ਪਾਰਟੀ ਆ ਇਹ ਸਿਰਫ ਵੋਟਾਂ ਲੈਣ ਦੇ ਮਾਰੇ ਆਪਣੇ ਜੋ ਵੀ ਪਾਰਟੀਆਂ ਚਮਕਾਉਂਦੀਆਂ ਗਾਂ ਆਉਂਦੀਆਂ ਵੀ ਆਉਣ ਵਾਲੇ 2022 ਦੇ ਵਿੱਚ ਵੀ ਅਸੀਂ ਕੋਈ ਚਿਹਰਾ ਨਵਾਂ ਬਣ ਜਾਈਏ। ਪਰ ਜੋ ਵੀ ਜਥੇਬੰਦੀਆਂ ਨੇ ਫੈਸਲਾ ਲੈਣਗੀਆਂ, ਅਸੀਂ ਉਹਨਾਂ ਦੇ ਨਾਲ ਜਥੇਬੰਦੀਆਂ ਕਹਿੰਦੇ ਸਿਆਸੀ ਪਾਰਟੀਆਂ ਨੂੰ ਸਿਆਸਤ ਨਹੀਂ ਕਰਨੀ। ਬਿਲਕੁਲ ਜਥੇਬੰਦੀਆਂ ਬਿਲਕੁਲ ਸਹੀ ਕਰ ਰਹੀਆਂ ਜੋ ਕਰ ਰਹੀਆਂ। ਇਹ ਤੇ ਆਪਣੇ 2022 ਦੇ ਅੱਗੇ ਆਉਣ ਵਾਸਤੇ ਸਾਰਾ ਕੁਝ ਕਰ ਰਹੀਆਂ ਸਿਆਸੀ ਪਾਰਟੀਆਂ। ਪਰ ਇੱਥੇ ਇਕੱਲੇ ਕਿਸਾਨ ਹੀ ਇਸ ਟਾਈਮ
ਤੇ ਕਿਸਾਨ ਡਟੇ ਹੋਏ ਨੇ। ਤਾਂ ਨਵਜੋਤ ਇੱਥੇ ਤਸਵੀਰਾਂ ਦੇਖੋ, ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਣਗੇ ਔਰ ਕਿਸਾਨ ਕਹਿ ਰਹੇ ਨੇ ਕਿ ਹਰ ਸਿਆਸੀ ਪਾਰਟੀ ਸਿਆਸਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ ਕਿਸਾਨਾਂ ਨਾਲ ਹਮਦਰਦੀ ਜਤਾਈ ਜਾਂਦੀ ਹੈ, ਲੇਕਿਨ ਗਰਾਊਂਡ ਤੇ ਕਿਸਾਨਾਂ ਦੇ ਨਾਲ ਕੋਈ ਵੀ ਸਿਆਸੀ ਪਾਰਟੀ ਕਿਸੇ ਦੀ ਵੀ ਸਰਕਾਰ ਬਣੇ ਉਹ ਨਾਲ ਖੜਦੀ ਨਹੀਂ ਹੁੰਦੀ ਔਰ ਇਸੇ ਵਜ੍ਹਾ ਕਰਕੇ ਅੰਦੋਲਨ ਕਰਨਾ ਪੈ ਰਿਹਾ ਹੈ। ਇਸੇ ਵਜ੍ਹਾ ਕਰਕੇ ਇਸ ਤਰੀਕੇ ਦੇ ਨਾਲ ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਕਿਉਂਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਕਿਸਾਨ ਜਿਹੜਾ ਇੱਥੇ ਮਜਬੂਰ ਨਜ਼ਰ ਆ ਰਿਹਾ। ਚਾਹੇ ਸਿਆਸਤ ਜ਼ਰੂਰ ਇਸ ਮਸਲੇ ਦੇ ਉੱਤੇ ਹੁੰਦੀ ਹੋਈ ਨਜ਼ਰ ਆਵੇ, ਲੇਕਿਨ ਕਿਸਾਨ ਇਹ ਕਹਿ ਰਹੇ ਨੇ ਕਿ ਹੁਣ ਜਥੇਬੰਦੀਆਂ ਜੋ ਕਹਿਣਗੀਆਂ ਅਸੀਂ ਉਹੀ ਗੱਲ ਮੰਨਾਂਗੇ। ਜੀ ਨਵਜੋਤ ਜੀ ਠੀਕ ਹੈ ਪੰਕਜ, ਤੁਸੀਂ ਬਣੇ ਰਹੋ ਇਸ ਖਬਰ ਤੇ। ਗਰਾਊਂਡ ਜ਼ੀਰੋ ਤੋਂ ਤੁਸੀਂ ਸਾਡੇ ਤੱਕ ਫੁਟੇਜ ਪਹੁੰਚਾਈ ਔਰ ਅੱਗੇ ਵੀ ਤੁਹਾਡੇ ਤੋਂ ਅਪਡੇਟ ਲੈਂਦੇ ਰਹਾਂਗੇ। ਤੇ ਸਿੰਘੂ ਬਾਰਡਰ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਸੀ। ਹਾਲਾਂਕਿ ਬਹੁਤ ਆਸਵੰਦ ਨੇ ਕਿਸਾਨ ਔਰ ਕਹਿ ਰਹੇ ਨੇ ਕਿ ਕੱਲ ਦੀ ਮੀਟਿੰਗ ਫੈਸਲਾਕੁਨ ਜ਼ਰੂਰ ਹੋਵੇਗੀ। ਫਿਲਹਾਲ ਇੱਕ ਹੋਰ ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬਾਦਲ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਖੇਤੀ ਕਾਨੂੰਨ ਨੂੰ ਲੈ ਕੇ ਕੇਂਦਰ ਤੋਂ ਨਾਰਾਜ਼ ਹਨ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਨੇ ਕੱਲ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ। ਕਿਸਾਨਾਂ ਦੇ ਸਮਰਥਨ ਦੇ ਵਿੱਚ ਪਦਮ ਵਿਭੂਸ਼ਣ ਵੀ ਮੋੜ ਚੁੱਕੇ ਨੇ ਬਾਦਲ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਚੁੱਕੇ ਨੇ ਔਰ ਚਿੱਠੀ ਦੇ ਵਿੱਚ ਵਿਰੋਧ ਜ਼ਾਹਿਰ ਕੀਤਾ ਗਿਆ ਖੇਤੀ ਕਾਨੂੰਨ ਨੂੰ ਲੈ ਕੇ, ਪਰ ਉਸ ਵਿੱਚ ਹੀ ਅੱਜ ਖੁਦ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ, ਜਿਸ ਮੌਕੇ ਉਹਨਾਂ ਨੂੰ ਫੋਨ ਕਾਲ ਵੀ ਆਈ ਹੈ ਪ੍ਰਧਾਨ ਮੰਤਰੀ ਮੋਦੀ ਦੀ। ਫਿਲਹਾਲ ਇਸ ਮਾਮਲੇ ਤੇ ਗੱਲਬਾਤ ਕਰਨ ਵਾਸਤੇ ਇੱਕ ਵਾਰ ਫਿਰ ਤੋਂ ਮੇਰੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਜੁੜ ਚੁੱਕੇ ਨੇ। ਪੰਕਜ, ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਹੈ ਔਰ ਅਲਾਈਅੰਸ ਇਹਨਾਂ ਦਾ ਟੁੱਟ ਚੁੱਕਿਆ ਹੈ, ਪਰ ਉਸ ਦੇ ਬਾਵਜੂਦ ਆਪਣਾ ਰਿਸ਼ਤਾ ਨਿਭਾਉਂਦਿਆਂ ਹੋਇਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਰਥਡੇ ਵਿਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੀਐਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਰਥਡੇ ਵਿਸ਼ਸ ਦਿੱਤੀਆਂ ਨੇ। ਬਿਲਕੁਲ ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਅਲਾਈਅੰਸ ਜ਼ਰੂਰ ਅਕਾਲੀ ਭਾਜਪਾ ਦਾ ਟੁੱਟ ਗਿਆ, ਅਕਾਲੀ ਭਾਜਪਾ ਦਾ ਅਲਾਈਅੰਸ ਟੁੱਟ ਗਿਆ। ਕ੍ਰਿਸ਼ੀ ਅੰਦੋਲਨ ਨੂੰ ਲੈ ਕੇ, ਨਵੇਂ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਟੁੱਟਾ। ਇੱਕ ਵੇਲੇ ਅਕਾਲੀ ਦਲ ਹਮੇਸ਼ਾ 9 ਮਾਹ ਦਾ ਰਿਸ਼ਤਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ, ਲੇਕਿਨ ਅੱਜ ਅਕਾਲੀ ਦਲ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧ ਰਿਹਾ। ਅਕਾਲੀ ਦਲ ਲਗਾਤਾਰ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ। ਤਾਂ ਉਸ ਵਿਚਾਲੇ ਜਦੋਂ ਜਨਮ ਦਿਨ ਆਉਂਦਾ, ਜਨਮ ਦਿਨ ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹਾ ਨਾਮ ਹੈ ਜਿਸ ਦਾ ਸਿਆਸਤ ਵਿੱਚ ਹਰ ਸਿਆਸੀ ਪਾਰਟੀ ਉਹਨਾਂ ਦਾ ਜਿਹੜਾ ਵਾ ਬਕਾਇਦਾ ਤੌਰ ਤੇ ਇੱਕ ਰਿਸਪੈਕਟ ਕਰਦੀਆਂ ਨੇ। ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਟੈਲੀਫੋਨ ਕੀਤਾ, ਜਨਮ ਦਿਨ ਦੀ ਵਧਾਈ ਦਿੱਤੀ। ਇੱਥੇ ਇਹ ਕਿਸਾਨ ਕੀ ਸੋਚਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਅੱਜ ਖਾਸ ਤੌਰ ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਨਮ ਦਿਨ ਸੀਗਾ ਤਾਂ ਮੋਦੀ ਹੋਰਾਂ ਨੇ ਫੋਨ ਕੀਤਾ, ਪ੍ਰਧਾਨ ਮੰਤਰੀ ਨੇ ਫੋਨ ਕੀਤਾ। ਤੁਸੀਂ ਇਸ ਟੈਲੀਫੋਨ ਦੇ ਮਾਇਨੇ ਕੀ ਸਮਝਦੇ ਹੋ? ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਨਮ ਦਿਨ ਦੇ ਮੌਕੇ ਤੇ ਖਾਸ ਤੌਰ ਤੇ ਫੋਨ ਕੀਤਾ, ਕੀ ਕਹਿਣਾ ਚਾਹੋਗੇ? ਵੇਖੋ ਸਰ, ਇਹ ਤੇ ਪਹਿਲਾਂ ਸਾਨੂੰ ਪਤਾ ਸੀਗਾ ਇਹ ਸਟੰਟ ਖੇਡ ਰਹੇ ਨੇ। ਇਹਨਾਂ ਨੇ ਇੱਕ ਅਸਤੀਫਾ ਦੇਣਾ ਜਾਂ ਪਾਵਰ ਅਵਾਰਡ ਵਾਪਸ ਕਰਨਾ, ਇਹ ਤੇ ਇੱਕ ਸਟੰਟ ਸੀਗਾ। ਇਹ ਕੋਈ 9 ਮਾਸ ਜਿੰਦੇ ਇਹਨਾਂ ਨੇ ਕਹਿਣਾ ਇੱਕ ਲੱਗ ਉਹਨਾਂ ਦਾ ਰਸਤਾ ਨਹੀਂ ਹੈਗਾ, ਰਿਸ਼ਤਾ ਨਹੀਂ ਹੈਗਾ। ਇਹ ਸਿਰਫ ਇਹਨਾਂ ਨੇ ਇੱਕ ਸਟੰਟ ਖੇਡਿਆ ਸਾਡੇ ਨਾਲ। ਇਹਨਾਂ ਨੇ ਆਪਣੀ ਆਡੀਅנס ਨੂੰ, ਸਾਰੀ ਲੋਕਾਂ ਨੂੰ ਗੁੰਮਰਾਹ ਕੀਤਾ। ਲੱਗ ਰਿਹਾ ਕਿ ਅਕਾਲੀ ਭਾਜਪਾ ਦਾ ਰਿਸ਼ਤਾ ਚੋਣਾਂ ਤੋਂ ਬਾਅਦ ਦੁਬਾਰਾ ਜੁੜੇਗਾ ਜਾਂ ਫਿਰ ਕਿਸ ਤਰੀਕੇ ਨਾਲ? ਬਿਲਕੁਲ ਇਹਨਾਂ ਨੂੰ ਬਿਲਕੁਲ ਨਹੀਂ, ਬਿਲਕੁਲ ਜੁੜੇਗਾ ਜੀ, ਬਿਲਕੁਲ। ਵੇਖੋ, ਮੈਂ ਪਹਿਲੇ ਤੁਹਾਡੇ ਕੁਐਸਚਨ ਦਾ ਜਵਾਬ ਦੇਣਾ। ਤੁਸੀਂ ਆਖਿਆ ਕਿ ਅੱਜ ਬਾਦਲ ਸਾਹਿਬ ਦਾ ਜਨਮ ਦਿਨ ਸੀ ਤੇ ਮੋਦੀ ਸਾਹਿਬ ਨੇ ਫੋਨ ਕੀਤਾ, ਠੀਕ ਹੈ। ਅਗਰ ਜੇ ਬਾਦਲ ਸਾਹਿਬ ਕਿਸਾਨਾਂ ਦੇ ਸੱਚੇ ਹਿਤੈਸ਼ੀ ਸੀ ਨਾ, ਤੇ ਬਾਦਲ ਸਾਹਿਬ ਨੂੰ ਚਾਹੀਦਾ ਸੀਗਾ ਉਸ ਦਿਨ ਦਾ ਆਣ ਕੇ ਇੱਥੇ ਬੈਠਦੇ। ਇੱਥੇ ਕਿਸੇ ਰਾਜਨੀਤਿਕ ਨੇਤਾ ਦੇ ਬੋਲਣ ਤੇ ਮਨਾਹੀ ਹੋ ਸਕਦੀ ਏ, ਲੀਡਰੀ ਕਰਨ ਤੇ ਮਨਾਹੀ ਹੋ ਸਕਦੀ ਏ, ਪਰ ਕਿਸਾਨਾਂ ਦੇ ਨਾਲ ਝੰਡਾ ਚੁੱਕ ਕੇ ਖੜਨ ਤੇ ਕਿਸੇ ਵੀ ਜਿਹੜੀ ਪਾਰਟੀ ਏ ਉਹਨੂੰ ਕੋਈ ਬੰਦਿਸ਼ ਨਹੀਂ ਹੈਗੀ। ਉਹ ਆਪਣੇ ਅਸਤੀਫੇ ਦੇ ਕੇ ਤੇ ਕਿਸਾਨਾਂ ਦੇ ਨਾਲ ਹੱਕ 'ਚ ਖੜਨ। ਕਿਸ ਤਰੀਕੇ ਨਾਲ ਲੱਗ ਰਿਹਾ ਪਰਦੇ ਦੇ ਪਿੱਛੇ ਕਹਾਣੀ ਕੁਝ ਹੋਰ ਹੈ ਜਾਂ ਕੁਝ ਹੋਰ ਨਜ਼ਰ ਆ ਰਿਹਾ? ਵੇਖੋ, ਇਹ ਸਾਰੇ ਮੋਦੀ ਸਾਹਿਬ ਤੋਂ ਡਰਦੇ ਨੇ। ਮੋਦੀ ਸਾਹਿਬ ਨੇ ਇਹਨਾਂ ਨੂੰ ਐਸੇ ਚੱਕਰਵਿਊਹ ਦੇ ਵਿੱਚ ਫਸਾਇਆ ਹੋਇਆ ਹੈ ਕਿ ਇਹਨਾਂ ਇੱਕ ਅਸਤੀਫਾ ਤੇ ਦੇਤਾ ਵੀ ਸਾਡਾ, ਜਾਂ ਹਰਸਿਮਰਤ ਨੇ ਆਪਣਾ ਅਸਤੀਫਾ ਦੇਤਾ ਕਿ ਮੈਂ ਅਸਤੀਫਾ ਦੇਤਾ, ਪਰ ਉਹਦਾ ਕੋਈ ਏਡਾ ਨਹੀਂ। ਜਦੋਂ ਇੱਕ ਖੇਤੀ ਦੇ ਕਾਨੂੰਨ ਬਣ ਰਹੇ ਸੀ ਉਦੋਂ ਇਹਨਾਂ ਸਾਰਿਆਂ ਨੂੰ ਵਿੱਚ ਸੀ, ਇਹ ਜਾਗਰੂਕ ਸੀ, ਇਹਨਾਂ ਨੂੰ ਪਤਾ ਸੀ ਵੀ ਇਹ ਖੇਤੀ ਦੇ ਕਾਨੂੰਨ ਆ ਰਹੇ ਨੇ ਔਰ ਇਹ ਐਵੇਂ ਪਾਸ ਹੋਣੇ ਨੇ। ਜੇ ਚਾਹੁੰਦੇ ਤੇ ਉਦੋਂ ਤੋਂ ਹੀ ਇਹ ਮੰਨ ਲਓ ਡਿਲੇ ਹੋ ਸਕਦੇ ਸੀ ਜਾਂ ਰੱਦ ਹੋ ਸਕਦੇ ਸੀ। ਤਾਂ ਕਿਸਾਨ ਸਭ ਕੁਝ ਜਾਣਦਾ ਹੈ, ਕਿਸਾਨ ਸਭ ਕੁਝ ਸਮਝਦਾ ਹੈ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਇਸ ਟੈਲੀਫੋਨ ਦੇ ਮਾਇਨੇ ਕੀ ਨੇ, ਜਨਮ ਦਿਨ ਦੇ ਮੌਕੇ ਤੇ ਫੋਨ ਆਇਆ ਉਸ ਦੇ ਮਾਇਨੇ ਕੀ ਨੇ, ਇਹ ਵੀ ਕਿਸਾਨ ਜਿਹੜਾ ਉਹ ਸਮਝ ਕੇ ਗੱਲਬਾਤ ਆਪਣੀ ਰੱਖ ਰਿਹਾ ਨਿਊਜ਼ 18 ਤੇ। ਨਵਜੋਤ ਜੀ, ਪੰਕਜ, ਇਸ ਖਬਰ ਤੇ ਪੂਰੀ ਜਾਣਕਾਰੀ ਵਾਸਤੇ ਧੰਨਵਾਦ।
ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ, ਜਿਸ ਤੇ ਉਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਬਰਥਡੇ ਵਿਸ਼ ਵੀ ਆਈ ਹੈ। ਪਰ ਉਸ ਤੇ ਹੁਣ ਕਿਸਾਨ ਸਮਰਥਨ ਦੇ ਵਿੱਚ ਜੋ ਲੋਕ ਵੀ ਸ਼ਾਮਿਲ ਨੇ ਉਹ ਇਸ ਨੂੰ ਸਿਰਫ ਗੇਮ ਪਲੇ ਔਰ ਪਬਲਿਸਿਟੀ ਸਟੰਟ ਦੇ ਤੌਰ ਤੇ ਵੇਖ ਰਹੇ ਨੇ। ਫਿਲਹਾਲ ਇੱਕ ਵਾਰ ਲੈ ਚੱਲਦੇ ਭੁਪਿੰਦਰ ਸਿੰਘ ਹੁੱਡਾ ਇਸ ਵੇਲੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਔਰ ਕੀ ਕੁਝ ਕਹਿ ਰਹੇ ਨੇ, ਇੱਕ ਵਾਰ ਸੁਣ ਲੈਂਦੇ ਹਾਂ। In 9th August 2007, this is notification of Government of India, no, Government of Haryana, contract farming का basic rule बनाया हमने, Rule 6, I'll read it, then you can, you will, आप दे भी देना इनको, उससे लेगा ना। Rule 6 ये अब तक लागू है हरियाणा में और दिस इज फॉर होल स्टेट मार्केट एपीएमसी, क्योंकि होल स्टेट वाज इज कवर्ड बाय एपीएमसी एक्ट। तो उसका रूल 6 मैंने जो फॉर्म किया था हमने, कॉन्ट्रैक्ट फार्मिंग एग्रीमेंट बिटवीन द कॉन्ट्रैक्ट फार्मिंग स्पॉन्सर एंड कॉन्ट्रैक्ट फार्मिंग प्रोड्यूसर शैल बी इन फॉर्म C1, दैट इज फॉर्म, and it shall be got registered with district marketing enforcement officer concerned in the presence of both parties. When they sign, producer and contractor, the enforcement officer के सामने sign होगा, which will be APMC, मतलब marketing board का होगा, officer होता है, उसको designate किया जाता है। The agreed rate contract rate shall not be less than minimum support price of proceeding year. The buyer shall deposit an amount of up to 15% of the total price of the agriculture produce as per agreed rate or minimum support price. If the rate is not agreed upon or bank guarantee for the sum with the community in which the land is situated as security. ठीक, where there is no minimum support price, there are two types of crops, एक में minimum support है, एक minimum. If there is no minimum support price and no agreed rate, the amount of security shall be calculated at the rate of 15% of the prevailing market rate at the time of agreement. The security shall be released within a period of 30 days after the date of satisfactory परफॉर्मेंस ऑफ एग्रीमेंट। व्हाट डज इट, इसका यही मतलब था कि किसान को कोई एक्सप्लॉइट नहीं कर पाएगा और मिनिमम सपोर्ट प्राइस से करीब कम कॉन्ट्रैक्ट नहीं करेगा, क्योंकि दैट हैज टू बी साइंड। तो अब जो आया है इसमें कोई ऐसा प्रोविजन नहीं है, ऐसी सेफ्टी किसान की नहीं है। दैट इज वाई ऑन 14 अगस्त जो मैंने आर्टिकल लिखा था, उस टाइम मैंने कहा था ये 3 कानून लाए हैं, अगर इनको आप छोड़ो, अगर इनको रिफॉर्म्स के शेप में लाते हैं तो चौथा कानून और ये बना दे साथ कि जो भी मिनिमम सपोर्ट प्राइस से कम खरीदेगा ही शुड बी पनिशेबल इन लॉ। हमने तो सिक्योरिटी रखी थी उस टाइम, क्यों कर ही नहीं सकता था एपीएमसी वाला, तो दैट इज द थिंग। और अब ये कहते हैं कि भाई कांग्रेस के मैनिफेस्टो में एपीएमसी के बारे में, दैट इज ऑल मिस इंटरप्रिटेशन। बल्कि आप जाओ हरियाणा में, ਤੁਸੀਂ ਸੁਣ ਰਹੇ ਸੀ ਸਾਬਕਾ ਮੁੱਖ ਮੰਤਰੀ ਹਰਿਆਣਾ ਦੇ ਭੁਪਿੰਦਰ ਸਿੰਘ ਹੁੱਡਾ ਨੂੰ, ਜੋ ਖੇਤੀ ਕਾਨੂੰਨਾਂ ਤੇ ਹੀ ਆਪਣੀ ਗੱਲ ਰੱਖ ਰਹੇ ਸੀ ਪ੍ਰੈਸ ਕਾਨਫਰੰਸ ਦੇ ਰਾਹੀਂ। ਉਧਰ ਦਿੱਲੀ ਦੇ ਵਿੱਚ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਖੇਤੀਬਾੜੀ ਮੰਤਰੀ ਨੂੰ ਮਿਲਣ ਪਹੁੰਚੇ ਨੇ ਹਰਿਆਣਾ ਦੇ ਮੁੱਖ ਮੰਤਰੀ और तोमर दे नाल मनोहर लाल खट्टर ने मुलाकात की, किसान अंदोलन नूं लैके गलबात की जा रही है। तां एक पासे भारत बंद की कॉल दी गई है और वख-वख ਜਿਹੜੇ ਸੰਗਠਨ ਨੇ, ਵੱਖ-ਵੱਖ ਦਰਜੇ ਦੇ ਲੋਕ ਨੇ ਉਹ ਇਸ ਵੇਲੇ ਸੜਕਾਂ ਤੇ ਉਤਰੇ ਹੋਏ ਨੇ। ਉਧਰ ਹੀ ਮੀਟਿੰਗਾਂ ਦਾ ਦੌਰ ਜਾਰੀ ਹੈ, ਹਾਈ ਲੈਵਲ ਮੀਟਿੰਗਸ ਹੋ ਰਹੀਆਂ ਨੇ, ਕਿਉਂਕਿ ਕੱਲ ਵੀ 9 ਦਸੰਬਰ ਨੂੰ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਕੇਂਦਰ ਸਰਕਾਰ ਔਰ ਕਿਸਾਨ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੋਣਗੇ। ਪਿਛਲੇ 5 ਮੀਟਿੰਗ ਦੇ ਵਿੱਚ ਬਿਲਕੁਲ ਬੇਸਿੱਟਾ ਰਹੀਆਂ ਸੀ ਉਹ ਮੀਟਿੰਗਸ, ਉਸ ਦੇ ਵਿੱਚ ਕੋਈ ਹੱਲ ਨਹੀਂ ਨਿਕਲ ਸਕਿਆ ਸੀ। ਤਾਂ ਹੁਣ ਇੱਕ ਵਾਰ ਫਿਰ ਤੋਂ ਖੇਤੀਬਾੜੀ ਮੰਤਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ मनोहर लाल खट्टर मिलन पहुंचे हुए ने और खेती के मसले नूं लैके ही गलबात की जा रही है। तो एक्सक्लूसिव जानकारी न्यूज़ 18 पंजाब हरियाणा हिमाचल से तुहानूं दिखा रहे हैं, जिथे कि मीटिंग का दौर जारी है और दिल्ली विखे इस वेले हरियाणा के मुख मंत्री मनोहर लाल खट्टर इस वेले पहुंचे हुए ने और खेतीबाड़ी मंत्री नरेंद्र सिंह तोमर नूं
ਮਿਲਣ ਪਹੁੰਚੇ ਹੋਏ ਨੇ ਔਰ ਕਿਸਾਨ ਅੰਦੋਲਨ ਨੂੰ ਲੈ ਕੇ ਫਿਲਹਾਲ ਦੋਹਾਂ ਦੇ ਵਿਚਕਾਰ ਗੱਲਬਾਤ ਚੱਲ ਰਹੀ ਹੈ। ਤਾਂ ਮੀਟਿੰਗਸ ਦਾ ਦੌਰ ਜਾਰੀ ਹੈ। ਹਾਈ ਲੈਵਲ ਮੀਟਿੰਗਸ ਹੋ ਰਹੀਆਂ ਨੇ, ਕੇਂਦਰ ਸਰਕਾਰ ਦੇ ਆਪਣੇ ਲੈਵਲ ਤੇ ਮੀਟਿੰਗਸ ਹੋ ਰਹੀਆਂ ਨੇ ਔਰ ਹੁਣ ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਪਹੁੰਚੇ ਹੋਏ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਮਿਲਣ। ਇਸ ਵੇਲੇ ਮੀਟਿੰਗ ਕਰ ਰਹੇ ਨੇ ਔਰ ਕਿਸਾਨ ਅੰਦੋਲਨ ਨੂੰ ਲੈ ਕੇ ਹੀ ਚਰਚਾਵਾਂ ਕੀਤੀਆਂ ਜਾ ਰਹੀਆਂ। ਤੁਹਾਨੂੰ ਦੱਸ ਦੇ ਕਿ ਬੀਤੇ ਦਿਨ 20 ਕਿਸਾਨਾਂ ਦਾ ਇੱਕ ਵਫਦ ਖੇਤੀ ਕਾਨੂੰਨਾਂ ਦੇ ਸਮਰਥਨ ਦੇ ਵਿੱਚ ਖੇਤੀਬਾੜੀ ਮੰਤਰੀ ਨੂੰ ਮਿਲਿਆ ਸੀ ਔਰ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਇਹ ਜਿਹੜਾ ਸੰਗਠਨ ਮਿਲਿਆ ਹੈ ਖੇਤੀਬਾੜੀ ਮੰਤਰੀ ਨੂੰ ਇਹ ਵੀ ਪਲਾਂਟਡ ਹੈ ਔਰ ਲਗਾਤਾਰ ਮੀਟਿੰਗਸ ਦਾ ਦੌਰ ਜਾਰੀ ਹੈ। ਫਿਲਹਾਲ ਖੇਤੀਬਾੜੀ ਮੰਤਰੀ ਦੇ ਨਾਲ ਮਿਲਣ ਮਨੋਹਰ ਲਾਲ ਖੱਟਰ ਪਹੁੰਚੇ ਹੋਏ ਨੇ। ਕਿਸਾਨ ਅੰਦੋਲਨ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਕੱਲ ਦਾ ਦਿਨ ਬੇहद ਅਹਿਮ ਹੋਣ ਜਾ ਰਿਹਾ ਹੈ ਕਿਉਂਕਿ ਕੱਲ 9 ਦਸੰਬਰ ਹੈ ਯਾਨੀ ਕਿ ਕੱਲ 6ਵੀਂ ਮੀਟਿੰਗ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਔਰ ਕਿਸਾਨਾਂ ਦੇ ਵਿੱਚ ਔਰ ਉਸ ਦਾ ਕੀ ਕੁਝ ਨਿਸ਼ਕਰਸ਼ ਰਹੇਗਾ, ਕੀ ਕੁਝ ਨਿਚੋੜ ਰਹੇਗਾ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ। ਉਧਰ ਭਾਰਤ ਬੰਦ ਨੂੰ ਹੁਣ ਕਾਂਗਰਸ ਦਾ ਸਮਰਥਨ ਵੀ ਮਿਲ ਰਿਹਾ ਹੈ। ਮੋਹਾਲੀ ਦੇ ਵਿੱਚ ਕਿਸਾਨਾਂ ਦੇ ਧਰਨੇ ਦੇ ਵਿੱਚ ਕਾਂਗਰਸ ਆਗੂ ਪਹੁੰਚੇ ਨੇ। ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਔਰ ਸਿਹਤ ਮੰਤਰੀ ਬਲਬੀਰ ਸਿੱਧੂ ਸ਼ਾਮਿਲ ਹੋਏ ਨੇ ਧਰਨੇ ਦੇ ਵਿੱਚ। ਇਹ ਭਾਰਤ ਬੰਦ ਕਿਸਾਨਾਂ ਨੂੰ ਬਚਾਉਣ ਲਈ ਹੈ। ਸੁਨੀਲ ਜਾਖੜ ਵੱਲੋਂ ਇਹ ਗੱਲ ਕਹੀ ਗਈ, ਅਰਦਾਸ ਕਰਾਂਗੇ ਕਿ ਰੱਬ ਮੋਦੀ ਸਰਕਾਰ ਨੂੰ ਸਮਤ ਬਖਸ਼ੇ। ਕੇਂਦਰ ਸਰਕਾਰ ਦਾ ਰਵੱਈਆ ਤਾਨਾਸ਼ਾਹ ਵਰਗਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਇਹ ਗੱਲ ਕਹੀ ਗਈ। ਤਾਂ तमाम ਵਿਰੋਧੀ ਦਲ ਇਸ ਵੇਲੇ ਇਕਸੁਰ ਹੋਏ ਨਜ਼ਰ ਆ ਰਹੇ ਨੇ ਔਰ ਭਾਜਪਾ ਸਰਕਾਰ ਦੀ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ। ਮੋਹਾਲੀ ਦੀਆਂ ਤਸਵੀਰਾਂ, ਮੋਹਾਲੀ ਦੇ ਵਿੱਚ ਕਿਸਾਨਾਂ ਦੇ ਧਰਨੇ ਦੇ ਵਿੱਚ ਕਾਂਗਰਸ ਆਗੂ ਪਹੁੰਚੇ ਨੇ। ਪੰਜਾਬ ਪ੍ਰਧਾਨ ਸੁਨੀਲ ਜਾਖੜ ਪਹੁੰਚੇ ਨੇ। ਇਸ ਦੇ ਨਾਲ ਹੀ ਸਿਹਤ ਮੰਤਰੀ ਬਲਬੀਰ ਸਿੱਧੂ ਪਹੁੰਚੇ ਨੇ ਜਿਨ੍ਹਾਂ ਨੇ ਇਸ ਧਰਨੇ ਦੇ ਵਿੱਚ ਪਹੁੰਚ ਕੇ ਹੌਸਲਾ ਅਫਜ਼ਾਈ ਵੀ ਕੀਤੀ ਜੋ ਸਮਰਥਨ ਕਰ ਰਹੇ ਸੀ ਔਰ ਆਪਣੀ ਹਿੱਸੇਦਾਰੀ ਪਾਈ। ਇਸ ਦੇ ਨਾਲ ਹੀ ਕਹਿੰਦੇ ਨਜ਼ਰ ਆਏ ਸੁਨੀਲ ਜਾਖੜ ਕਿ ਇਹ ਭਾਰਤ ਬੰਦ ਕਿਸਾਨਾਂ ਨੂੰ ਬਚਾਉਣ ਦੇ ਲਈ ਹੈ। ਅਰਦਾਸ ਕਰਾਂਗੇ ਕਿ ਰੱਬ ਮੋਦੀ ਸਰਕਾਰ ਨੂੰ ਸਮਤ ਬਖਸ਼ੇ ਔਰ ਕੇਂਦਰ ਸਰਕਾਰ ਦਾ ਰਵੱਈਆ ਤਾਨਾਸ਼ਾਹ ਵਰਗਾ ਹੈ। ਤਾਂ ਇੱਕ ਸੁਰ ਦੇ ਵਿੱਚ ਨਜ਼ਰ ਆ ਰਹੀ ਹੈ ਕਾਂਗਰਸ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ ਕਾਂਗਰਸ ਔਰ ਹੋਰ ਵੀ ਹੁੰਗਾਰਾ ਦੂਜੇ ਵਿਰੋਧੀ ਦਲ ਨੇ ਜਿਹੜੇ ਉਹ ਇਸ ਖੇਤੀ ਅੰਦੋਲਨ ਨੂੰ ਦੇ ਰਹੇ ਨੇ। ਤਾਂ ਕਾਂਗਰਸ ਸੂਬਾ ਪ੍ਰਧਾਨ ਜਾਖੜ ਔਰ ਸਿਹਤ ਮੰਤਰੀ ਮੋਹਾਲੀ ਵਿਖੇ ਪਹੁੰਚੇ। ਕਿਸਾਨ ਜਥੇਬੰਦੀਆਂ ਦੇ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ। ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਸਾਨਾਂ ਦੇ ਹੱਕ ਦੇ ਵਿੱਚ ਪੋਸਟਰਸ ਫੜ ਕੇ ਇੱਥੇ ਬੈਠੇ ਹੋਏ ਨੇ ਤੇ ਦੂਜੇ ਪਾਸੇ ਨਾਅਰੇਬਾਜ਼ੀ ਵੀ ਹੋ ਰਹੀ ਹੈ ਤੇ ਪੋਸਟਰਸ ਫੜੇ ਹੋਏ ਨੇ ਹੱਥਾਂ ਦੇ ਵਿੱਚ। ਕਿਸਾਨਾਂ ਦੇ ਹੱਕ ਦੇ ਵਿੱਚ ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ। ਦੂਸਰੇ ਪਾਸੇ ਜੇ ਤੁਸੀਂ ਦੇਖੋ ਜਿਹੜਾ ਪ੍ਰਦਰਸ਼ਨ ਹੈਗਾ ਕਾਫੀ ਸਾਰੇ ਲੋਕ ਇੱਥੇ ਜੁੜੇ ਨੇ। ਕਿਸਾਨ ਜਥੇਬੰਦੀਆਂ ਦੇ ਜਿਹੜੇ ਮੈਂਬਰ ਨੇ ਉਹ ਵੀ ਇੱਥੇ ਜੁੜੇ ਨੇ। ਇਸ ਤੋਂ ਇਲਾਵਾ ਟ੍ਰੇਡ ਯੂਨੀਅਨਾਂ ਵੱਲੋਂ ਵੀ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਏਕ ਟੂ ਇੰਟਕ ਦੇ ਮੈਂਬਰ ਇੱਥੇ ਮੌਜੂਦ ਨੇ। ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਦੇ ਖਿਲਾਫ ਅਤੇ ਜਿਹੜੇ 3 ਖੇਤੀ ਕਾਨੂੰਨ ਜਿਨ੍ਹਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਲਗਾਤਾਰ ਦਿੱਲੀ ਦੇ ਵਿੱਚ ਜੁੜੀਆਂ ਹੋਈਆਂ ਨੇ ਉਸ ਪ੍ਰਦਰਸ਼ਨ ਦੇ ਸਮਰਥਨ ਦੇ ਵਿੱਚ ਤੇ ਭਾਰਤ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਉਸ ਦੇ ਸਮਰਥਨ ਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਹੈਗਾ ਉਹ ਕੀਤਾ ਜਾ ਰਿਹਾ। ਕੁਝ ਲੋਕਾਂ ਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਲੋਕ ਦਿੱਲੀ ਵੀ ਗਏ ਹੋਏ ਨੇ, ਬਹੁਤ ਸਾਰੇ ਲੋਕ ਵਾਪਸ ਆਏ ਨੇ ਤਾਂ ਕਿ ਇੱਥੇ ਪ੍ਰਦਰਸ਼ਨ ਜਿਹੜਾ ਭਾਰਤ ਬੰਦ ਹੈਗਾ ਉਸ ਨੂੰ ਸਫਲ ਬਣਾਇਆ ਜਾ ਸਕੇ। ਅੱਜ ਤੁਸੀਂ ਇੱਥੇ ਪ੍ਰੋਟੈਸਟ ਕਰਨ ਆਏ ਹੋ ਚੰਡੀਗੜ੍ਹ ਦੇ ਵਿੱਚ। ਭਾਰਤ ਬੰਦ ਦਾ ਉਸ ਕਿਸਮ ਨਾਲ ਅਸਰ ਨਹੀਂ ਸਾਨੂੰ ਦਿਖ ਰਿਹਾ ਜਿਵੇਂ ਬਾਕੀ ਜਗ੍ਹਾਵਾਂ ਦੇ ਉੱਤੇ ਹੈਗਾ ਤੇ ਕਿੱਥੇ ਪ੍ਰੋਟੈਸਟ ਕੀਤੇ ਜਾ ਰਹੇ ਨੇ। ਦੇਖੋ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਸ਼ਹਿਰ ਦੇ ਵਿੱਚ ਅਸਰ ਭਾਵੇਂ ਘੱਟ ਹੋਵੇ ਪਰ ਦੇਖਣ ਨੂੰ ਮਿਲ ਰਿਹਾ ਹੈ। ਆਪ ਮੁਹਾਰੇ ਲੋਕ ਇਹ ਚਾਹੁੰਦੇ ਨੇ, ਦੁਖੀ ਹੋਏ ਨੇ ਇਸ ਸਰਕਾਰ ਤੋਂ ਕਿ ਅਸੀਂ ਦੁਕਾਨਾਂ ਬੰਦ ਰੱਖੀਏ ਔਰ ਇਸ ਧਰਨੇ ਦੇ ਵਿੱਚ, ਇਸ ਬੰਦ ਦੇ ਵਿੱਚ ਅਸੀਂ ਸ਼ਾਮਲ ਹੋਈਏ। ਗੁੱਸਾ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ। 3 ਜਿਹੜੇ ਖੇਤੀ ਕਾਨੂੰਨ ਨੇ ਤੇ ਨਾਲ ਇੱਕ ਜਿਹੜਾ ਇਲੈਕਟ੍ਰਿਸਿਟੀ ਦਾ ਜਿਹੜਾ ਕਾਨੂੰਨ ਹੈਗਾ ਉਹਨਾਂ ਨੂੰ ਵਾਪਸ ਕਰਾਉਣ ਦੇ ਲਈ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਤੇ ਜਿਹੜੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦਾ ਅਸਰ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਚੰਡੀਗੜ੍ਹ ਦੇ 17 ਸੈਕਟਰ ਦੇ ਵਿੱਚ ਟ੍ਰੇਡ ਯੂਨੀਅਨਾਂ ਦੇ ਵੱਲੋਂ, ਪੰਜਾਬ ਕਿਸਾਨ ਯੂਨੀਅਨ ਦੇ ਵੱਲੋਂ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਭਾਰਤ ਬੰਦ ਦੇ ਸਮਰਥਨ ਦੇ ਵਿੱਚ, ਕਿਸਾਨ ਜਥੇਬੰਦੀਆਂ ਦੇ ਸਮਰਥਨ ਦੇ ਵਿੱਚ।
ਚੰਡੀਗੜ੍ਹ ਤੋਂ ਅਰਸ਼ਦੀਪ ਬਰਸ਼ੀ, ਨਿਊਜ਼ 18। ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ, ਜਿਸ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਹਮਾਇਤ ਦਿੱਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਠਿੰਡਾ ਦੀਆਂ। ਬਠਿੰਡਾ ਦੇ ਵਿੱਚ ਇੱਕ ਮਾਲ ਦੇ ਬਾਹਰ ਜਿਹੜੇ ਉਸਦੇ ਕਰਮਚਾਰੀ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਉਤਰੇ ਨੇ ਔਰ ਵੀ ਸਪੋਰਟ ਫਾਰਮਰ ਦੇ ਬੈਨਰ ਤੇ ਹੋਲਡਿੰਗ ਇਹਨਾਂ ਦੇ ਕੋਲ ਲੱਗੇ ਹੋਏ ਨੇ। ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੀ ਸਪੋਰਟ ਤੇ ਹਾਂ। ਬੇਸ਼ੱਕ ਕਹਿ ਰਹੇ ਕਿ ਅਸੀਂ ਧਰਨਿਆਂ ਤੇ ਨਹੀਂ ਜਾ ਸਕਦੇ, ਆਪਦੇ ਕੰਮਕਾਜ ਛੱਡ ਸਕਦੇ ਆ, ਪਰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਵੱਡੇ ਵੱਡੇ ਹੋਲਡਿੰਗ ਇਹਨਾਂ ਨੇ ਆਪਦੇ ਦੁਕਾਨ ਦੇ ਬਾਹਰ, ਸ਼ਾਪਿੰਗ ਮਾਲ ਦੇ ਬਾਹਰ ਲਗਾਏ ਹੋਏ ਨੇ ਔਰ ਫਾਰਮਰ ਸਪੋਰਟ ਦੀ ਗੱਲ ਕਰ ਰਹੇ ਨੇ। ਉਹ ਕਹਿ ਰਹੇ ਨੇ ਕਿ ਕਿਸਾਨ ਹੈ ਤਾਂ ਅਸੀਂ ਹਾਂ, ਕਿਉਂਕਿ ਕਿਸਾਨਾਂ ਦੇ ਨਾਲ ਹਰ ਕੋਈ ਧੰਦਾ ਜੁੜਿਆ ਹੁੰਦਾ ਹੈ। ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਕਿਸ ਤਰ੍ਹਾਂ ਦੀ ਸਪੋर्ट की जा रही है फार्मर्स ਨੂੰ ਲੈ ਕੇ, ਕੋਈ ਅੱਜ ਭਾਰਤ ਬੰਦ ਦੀ ਕਾਲ ਨਾਮ नहीं? देखिए, आज भारत बंद है और ये भारत बंद किसानों ने करवाया हुआ है। हम कैप्सन कंपनी जो कि इसको सपोर्ट करते हैं, हमारे जितने भी कस्टमर हैं बठिंडा सिटी के, कैप्सन बठिंडा के सारे कस्टमर जो हैं हमारे फार्मर्स हैं। अगर फार्मर्स दुखी होगा तो कहीं ना कहीं ये हम सब एम्प्लॉइज़ पे ही फ़र्क पड़ेगा, क्योंकि फार्मर्स स्टोर में आएंगे, हमारा बिजनेस बढ़ेगा तो ये हमारे लिए भी इन फ्यूचर के लिए अच्छा होगा। बट आज हालात ऐसे हैं, फार्मर्स दुखी हैं और वो आज भारत बंद का ऐलान कर रहा है। इसलिए कैप्सन ने भी फार्मर्स की सपोर्ट के लिए हमने आज भारत बंद का समर्थन किया है। हाँ जी, सपोर्ट करते हैं क्योंकि किसान ਅਸੀਂ ਵੀ ਕਿਸਾਨ ਆ, ਕਿਸਾਨਾਂ ਦੇ ਪਰਿਵਾਰ ਚੋਂ ਆਏ ਆ ਤੇ ਉਹਨਾਂ ਨੇ ਸਾਨੂੰ ਅੰਨ ਦਿੱਤਾ ਤੇ ਉਹਨਾਂ ਤੋਂ ਕੱਪੜਾ ਬਣਦਾ, ਇਸ ਲਈ ਅਸੀਂ ਸਪੋਰਟ ਕਿਸਾਨ ਦੀ ਕਰਦੇ ਹਾਂ। ਪਹਿਲਾ ਰੀਜ਼ਨ ਹੀ ਆਈ ਹੈ ਜੀ, ਮੇਨ ਯੂਥ ਫਾਸਟ ਹੋਇਆ ਅੱਜ ਕੱਲ। ਪਹਿਲਾਂ ਹੁੰਦਾ ਸੀਗਾ ਕਿ ਸਿਰਫ ਬਜ਼ੁਰਗ ਜਾਂਦੇ ਸੀਗੇ ਧਰਨਿਆਂ ਤੇ ਉਹ ਧਰਨੇ ਜ਼ਿਆਦਾਤਰ ਕਾਮਯਾਬ ਨਹੀਂ ਹੁੰਦੇ ਸੀਗੇ, ਬਟ ਇਸ ਵਾਰ ਕੀ ਹੈ, ਯੰਗ ਏਜ ਬਹੁਤ ਜ਼ਿਆਦਾ ਸਪੋਰਟ ਕਰ ਰਹੀ ਹੈ। ਇਹ ਕਹਿ ਰਹੇ ਨੇ ਕਿ ਬੇਸ਼ੱਕ ਸਾਥੋਂ ਦਿੱਲੀ ਨਹੀਂ ਜਾਇਆ ਗਿਆ, ਦਿੱਲੀ ਜਾਣ ਵਾਸਤੇ ਉਹਨਾਂ ਨੂੰ ਛੁੱਟੀ ਨਹੀਂ ਮਿਲੀ, EMPLOYE ਨੇ ਅਲੱਗ-ਅਲੱਗ ਕੰਪਨੀਆਂ ਦੇ, ਪਰ ਅੱਜ ਦਾ ਦਿਨ ਭਾਰਤ ਬੰਦ ਦੀ ਕਾਲ ਦਾ ਸਮਰਥਨ ਕੀਤਾ ਅਤੇ ਹੱਥਾਂ ਦੇ ਵਿੱਚ ਤਖਤੀਆਂ ਲੈ ਕੇ ਕਿਸਾਨਾਂ ਨੂੰ ਸਮਰਪਿਤ ਇਹਨਾਂ ਦਾ ਅੱਜ ਦਾ ਇਹ ਦਿਨ ਹੈ। ਕੈਮਰਾਮੈਨ ਰਜੇਸ਼ ਦੇ ਨਾਲ ਸੂਰਜ ਪਾਨ, ਨਿਊਜ਼ 18 ਬਠਿੰਡਾ। कृषि कानूनों को लेकर किसान सड़क पर है, एक तरफ आंदोलन चल रहा है तो दूसरी तरफ भारत बंद का आह्वान किया गया है और शांतिपूर्वक तरीके से तमाम किसान संगठन, अलग अलग ट्रेड यूनियन यहां पर दुकानें बंद करवाते हुए नजर आ रहे हैं। आप देख सकते हैं कि करनाल की जो मार्केट है वो बंद है, यानी कि जो किसान संगठन है उन्होंने लोगों से अपील की और 11 से 3 बजे तक जो है भारत बंद का आह्वान किया गया है। इसलिए आप देख सकते हैं ये मार्केट है, करनाल की मेन मार्केट है, ये बंद है। 11 से 3 बजे तक अलग अलग जगह पर जाकर शांतिपूर्वक तरीके से किसान बंद का आह्वान कर रहे हैं। किसानों का क्या कहना है उनसे हम बातचीत करने का प्रयास करेंगे। वी आर फार्मर्स नॉट टेररिस्ट, क्या कहना चाहेंगे, किस तरीके से इस आंदोलन को आप आगे बढ़ाते हुए नजर आ रहे हैं? हम किसान हैं, हम उग्रवाद नहीं है, हम किसानी करना जानते हैं, देशद्रोही करना नहीं जानते। हमने किसानों ने देश को एक समय था, कब ग्रीन रेवोल्यूशन नाम पे चलाया था, कब हमारे यहाँ पर अन्नदाताओं ने भूख की जो हमारी कमी थी वो पूरी करी और आज इस तरह किसानों की बर्बादी कर रही है। हमें मोदी सरकार से ये उम्मीद नहीं थी कि किस तरह उन्होंने हमारे किसानों के हकों की आवाज शांतिपूर्वक तरीके से चल रही है। बिल्कुल शांतिपूर्वक तरीके से हमने हाथ जोड़कर सभी दुकानदारों से हमने बंद कराया, हाथ जोड़ के विनम्र प्रार्थना की हमने और सभी भाइयों ने हमारा सहयोग किया है और हम इस आंदोलन को आज देशवासियों ने हमारा साथ दिया है, हम उनका तहे दिल से शुक्रगुजार करते हैं। और एक चीज़ और कहता हूँ, आज आपने मोदी सरकार की तानाशाही सरकार के खिलाफ एक कील ठोक दिया। कल मीटिंग है सरकार की किसानों के साथ, आपको लगता है इस प्रदर्शन का दबाव पड़ेगा? हाँ जी, हमें जरूर लगता है किसानों की मांगे जरूर मानी जाएगी। 10 दिन से भूखे प्यासे जो सड़कों पर अन्नदाता पड़े हैं उनकी मांगे जरूर माननी जानी चाहिए। और हम चाहते भी यही है कि एक देश को चलाने वाला अन्नदाता है जो जिसकी वजह से देश खाना खाता है, उनकी मांगे जरूर माननी जानी चाहिए। तो आप देख सकते हैं ये किसान लगातार आंदोलन करते हुए नजर आ रहे हैं। ये करनाल का घंटाघर चौक है जहां पर किसानों ने प्रोटेस्ट किया है। अलग अलग जगह जाकर किसानों ने जो है शांतिपूर्वक तरीके से अपील की है कि वो दुकानों को बंद करें और इस प्रदर्शन के मायने काफी खास हो जाते हैं, क्योंकि कल सरकार और किसान संगठनों की मीटिंग है, उससे पहले 5 दौर की बैठक हो चुकी है, कल 6ठे दौर की बैठक है। क्या बैठक में कोई हल निकलेगा ये देखने वाली बात होगी, लेकिन उससे पहले जिस तरीके से देखा जाए
रहे कि आंदोलन आगे बढ़ता हुआ नजर आ रहा है। न्यूज़ 18 हरियाणा के लिए करनाल से हिमांशु नारंग। ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਵੱਲੋਂ ਸੜਕਾਂ ਨੂੰ ਜਾਮ ਕੀਤਾ ਜਾ ਰਿਹਾ ਹੈਗਾ। ਦੱਸ ਦਈਏ ਕਿ 22 ਜਗ੍ਹਾ ਤੇ ਸੜਕਾਂ ਦਾ ਜਾਮ ਕੀਤਾ ਜਾਣਾ ਹੈ ਤੇ ਇੱਕ ਰੇਲਵੇ ਟਰੈਕ ਜਿਹੜਾ ਸੰਗਰੂਰ ਜਾਖਲ ਰੇਲਵੇ ਟਰੈਕ ਹੈ ਉਸ ਤੇ ਵੀ ਜਾਮ ਲਗਾਇਆ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਸਕਦੇ ਹੈਗੇ ਕਿ ਪਟਿਆਲਾ ਰੋਡ ITI ਚੌਂਕ ਸੁਨਾਮ ਦੇ ਵਿੱਚ ਧਰਨਾ ਲਗਾ ਦਿੱਤਾ ਗਿਆ। ਰੋਡ ਬਿਲਕੁਲ ਜਾਮ ਕਰ ਦਿੱਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਔਰਤਾਂ ਵੀ ਆਈਆਂ ਨੇ, ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਤੇ ਵਕੀਲਾਂ ਦਾ ਵੀ ਜਿਹੜੇ ਸਾਥ ਮਿਲ ਰਿਹਾ ਹੈਗਾ। ਜੋ ਵਕੀਲ ਇੱਥੇ ਆਏ ਨੇ ਉਹਨਾਂ ਦਾ ਵੀ ਸਾਥ ਮਿਲ ਰਿਹਾ ਹੈਗਾ। ਰਾਜਨੀਤਿਕ ਪਾਰਟੀਆਂ ਦੇ ਨੇਤਾ ਵੀ ਇੱਥੇ ਪਹੁੰਚ ਰਹੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੂਰਨ ਤੌਰ ਤੇ ਸਮਰਥਨ ਮਿਲ ਰਿਹਾ ਭਾਰਤ ਬੰਦ ਦਾ। ਹੋਰ ਇੱਥੇ ਕਿਸਾਨ ਆਗੂ ਵੀ ਮੌਜੂਦ ਨੇ, ਉਹਨਾਂ ਨਾਲ ਹੀ ਗੱਲਬਾਤ ਕਰਦੇ ਹੈਗੇ। ਉਹਨਾਂ ਦਾ ਕੀ ਮੰਨਣਾ ਹੈਗਾ। ਹਾਂਜੀ, ਕੀ ਕਹਿਣਾ ਚਾਹੋਗੇ? ਤੁਸੀਂ ਰੋਡ ਜਾਮ ਕਰ ਦਿੱਤਾ ਗਿਆ ਹੈ ਤੇ ਅੱਗੇ ਦੀ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਹੈ, ਕਿਸ ਤਰ੍ਹਾਂ ਦਾ ਜਾਮ ਰਹੇਗਾ? ਇਹ ਜੋ ਕੇਂਦਰ ਸਰਕਾਰ ਵੱਲੋਂ ਸਾਡੇ ਜਿਹੜੇ 3 ਆਰਡੀਨੈਂਸ ਜਿਹੜੇ ਬਿੱਲ ਨੇ ਉਹ ਖੇਤੀ ਮਾਰੂ ਬਿੱਲ ਜਿਹੜੇ ਉਹ ਪਾਸ ਕੀਤੇ ਨੇ, ਉਹਦੇ ਸਬੰਧ ਦੇ ਵਿੱਚ ਤਕਰੀਬਨ 3 ਮਹੀਨਿਆਂ ਤੋਂ ਜਿਹੜਾ ਕਿਸਾਨ ਅੰਦੋਲਨ ਹੈ ਉਹ ਪੰਜਾਬ ਦੇ ਵਿੱਚ ਪਹਿਲਾਂ ਪ੍ਰੋਟੈਸਟ ਜਿਹੜਾ ਉਹ ਜਾਰੀ ਰਿਹਾ। ਉਸ ਤੋਂ ਬਾਅਦ 26 ਤਰੀਕ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵਿੱਚ ਜਿੰਨੇ ਵੀ ਬਾਰਡਰ ਨੇ ਦਿੱਲੀ ਦੇ ਉਹ ਸਾਰੇ ਸੀਲ ਕੀਤੇ ਹੋਏ ਸੀ। ਪਰ ਉਸ ਤੋਂ ਬਾਅਦ ਸਰਕਾਰ ਵੱਲੋਂ ਹਰ ਵਾਰੀ ਮੀਟਿੰਗ ਬੁਲਾ ਕੇ ਸਾਡੇ ਜਿਹੜੇ ਆਗੂ ਸਾਹਿਬਾਨ ਅੱਜ ਦਾ ਜਿਹੜਾ ਹੈਗਾ ਇਹ ਚੱਕਾ ਜਾਮ ਹੈ ਜਾਂ ਰੇਲਵੇ ਟਰੈਕ ਜਾਮ ਹੈ, ਕਿੰਨੀ ਜਗ੍ਹਾ ਤੇ ਹੈਗਾ ਤੇ ਕਿੰਨਾ ਕੁ ਸਮਰਥਨ ਲੋਕਾਂ ਦਾ ਮਿਲ ਰਿਹਾ, ਉਹਦੇ ਬਾਰੇ ਦੱਸੋ। ਇਹ ਜਿਹੜਾ ਜਾਮ ਹੈ ਅੱਜ ਦਾ ਜਿਹੜਾ ਇੱਥੇ ਦਾ ਧਰਨੇ ਮੁਜ਼ਾਹਰੇ ਕੀਤੇ ਹੋਏ ਨੇ ਉਹ 22 ਜਗ੍ਹਾ ਦੇ ਉੱਤੇ ਸਾਡੇ ਰਸਤੇ ਨੇ ਜਿਹੜੇ ਉਹ ਬਲੌਕ ਕੀਤੇ ਹੋਏ ਨੇ। ਇੱਕ ਰੇਲਵੇ ਟਰੈਕ ਜਿਹੜਾ ਉਹ ਵੀ ਬਲੌਕ ਕੀਤਾ ਹੋਇਆ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਹ ਸੰਘਰਸ਼ ਜਿਹੜਾ ਦਿਨੋਂ ਦਿਨ ਤੇਜ਼ ਜਿਹੜਾ ਹੁੰਦਾ ਜਾਵੇਗਾ ਜੇਕਰ ਸਰਕਾਰ ਆਪਣੀਆਂ ਇਹਨਾਂ ਮਾਰੂ ਨੀਤੀਆਂ ਨੂੰ ਰੱਦ ਨਹੀਂ ਕਰੇਗੀ। ਇੱਕ ਵਾਰ ਦੇ ਸਕਦੇ ਹੈਗੇ ਵੀ ਭਾਰੀ ਗਿਣਤੀ ਦੇ ਵਿੱਚ ਔਰਤਾਂ ਤੇ ਹੋਰ ਵਰਗ ਜਿਹੜੇ ਪਹੁੰਚ ਚੁੱਕੇ ਨੇ ਤੇ ਬਜ਼ੁਰਗ ਹੋਣ, ਮਹਿਲਾਵਾਂ ਹੋਣ ਜਾਂ ਬੱਚੇ ਹੋਣ, ਸਾਰੇ ਇੱਥੇ ਪਹੁੰਚੇ ਹੋਏ ਨੇ। ਤਾਂ ਇਹਨਾਂ ਦਾ ਇਹੀ ਮੰਨਣਾ ਹੈਗਾ ਕਿ ਜਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਸਾਰਿਆਂ ਦਾ ਸਾਥ ਜਿਹੜਾ ਮਿਲਦਾ ਰਹੇਗਾ ਤੇ ਜ਼ਿਲ੍ਹੇ ਦੇ ਵਿੱਚ 22 ਥਾਵਾਂ ਤੇ ਚੱਕਾ ਜਾਮ ਕੀਤਾ ਗਿਆ ਤੇ ਇੱਕ ਰੇਲਵੇ ਟਰੈਕ ਨੂੰ ਵੀ ਜਾਮ ਕੀਤਾ ਗਿਆ। ਕੈਮਰਾਮੈਨ ਹਰਜਿੰਦਰ ਧੀਮਾਨ ਦੇ ਨਾਲ ਰਾਕੇਸ਼ ਕੁਮਾਰ, ਨਿਊਜ਼ 18 ਪੰਜਾਬ, ਸੰਗਰੂਰ। ਇਹਨਾਂ खबरों ਦੇ सह प्रायोजक ने सिल्विया प्लाई एंड विनियर पसंद है स्मार्ट लोगों की, जो आपके घर को